सत श्री अकाल जी, स्वागत है। की हाल पंजाब ते भ्रिष्टाचार रिश्वतखोरी ये जिहड़ी टर्म है ये पूरी दुनिया लई ग्लोबल समस्या है। पर जे असीं पंजाब के संदर्भ च गल करिए तो पंजाब ने इन्हां कारणा करके बहुत माड़ा समा देखिया। अज भी देख रहे हैं भ्रिष्टाचार ते रिश्वतखोरी लगातार जारी है। उहनूं बन नहीं लग्या। जिन्ने दावे हुंदे आ वो दावे हुंदे आ हमेशा कि असीं भ्रिष्टाचार नूं रोकना है, रिश्वतखोरी खत्म करनी है। पर हुंदा ये है कि जे 50 लोग रोके जाते हैं जां उन्हां नूं जेलां च तुन्निया जाता है तो अगले 60 लोग खड़े हुंदे आ जिहड़े रिश्वतखोरी जां भ्रिष्टाचार दे विच लिप्त हुंदे आ। ते इसे बारे अज चर्चा करांगे आपां। साडे नाल वक्खो-वक्ख सियासी पार्टियां तो उन्हां दे बुलारे जुड़े हुए ने। बहुत बहुत स्वागत है। अमित अरोड़ा जी ने बीजेपी तो, KS मठारू जी ने श्रोमणी अकाली दल तो, ते टीना चौधरी जी ने कांग्रेस तो। बहुत बहुत स्वागत है तुहाडा। सब तो पहला सवाल टीना चौधरी जी तो। टीना जी, पिछली सरकार ने जो काम किए उन्होंने काम गिनाए भी अपने, पर नवीं सरकार जिहड़ी आम आदमी पार्टी की बनी इन्होंने नाल दी नाल दावा किया कि पिछलियां सरकारां ने जिहड़े भी भ्रिष्ट काम किए हैं उन्होंने असीं जनता के सामने रखांगे ते उन्हां ते कार्रवाई करांगे। ते 3 मंत्री कांग्रेस के जिन्हां ते आरोप लगे उन्हां ते कार्रवाई हो रही है। तो की लगता है कि कांग्रेस जो आरोप सिद्ध होंगे तो कांग्रेस का की स्टैप होगा? टीना जी, आवाज़ नहीं आ रही थोड़ी। ਹੁਣ ਆ ਰਹੀ। हाँ जी, हुण आ रही है जी। ਦੇਖੋ ਸਾਡੀ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਹਮੇਸ਼ਾ ਕਦੀ ਵੀ ਪਿੱਛੇ ਨਹੀਂ ਹਟੇਗੀ। ਅਗਰ ਕਿਸੇ ਵੀ ਪਾਰਟੀ ਸਾਡੀ ਪਾਰਟੀ ਦੇ ਵਿੱਚ ਵੀ ਅਗਰ ਕੋਈ ਭ੍ਰਿਸ਼ਟਾਚਾਰ ਦੇ ਵਿੱਚ ਇਨਵੋਲਵਡ ਹੈਗਾ, ਸਾਡੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਆਲਰੇਡੀ ਬੋਲ ਚੁੱਕੇ ਨੇ ਪੰਜਾਬ PCC ਦੇ ਕਿ ਉਹਨਾਂ ਨੇ ਕਿਹਾ ਹੈਗਾ ਕਿ ਅਗਰ ਸਾਡੇ ਜਿਹੜੇ ਮੰਤਰੀ ਐਕਸ ਮੰਤਰੀ ਤੇ ਜਿਹੜੀ ਕਾਰਵਾਈਆਂ ਹੋ ਰਹੀਆਂ ਨੇ ਜਿਸ ਦਿਨ ਜੱਜ ਸਾਹਿਬ ਉਹਨਾਂ ਨੂੰ ਕਨਵਿਕਟਡ ਸਾਬਿਤ ਕਰ ਦੇਣਗੇ ਅਸੀਂ ਨਾਲ ਹੋ ਕੇ ਉਹਨਾਂ ਨੂੰ ਆਪਣੀ ਪਾਰਟੀ ਦੇ ਹਰ ਦਰਜੇ ਤੋਂ ਬਾਹਰ ਕਰਾਂਗੇ ਔਰ ਉਹਨਾਂ ਨਾਲ ਹਰ ਨਾਤਾ ਤੋੜਿਆ ਜਾਏਗਾ, ਕਿਸੇ ਤਰ੍ਹਾਂ ਦਾ ਵੀ ਨਾਤਾ। ਇਨਕੁਆਇਰੀ ਹੋਣੀ ਚਾਹੀਦੀ ਹੈ, ਬਹੁਤ जी ਜ਼ਰੂਰੀ ਹੈ। ਇਨਕੁਆਇਰੀ ਹੋਣੀ ਚਾਹੀਦੀ ਹੈ ਬਿਕੋਜ਼ ਅਸੀਂ ਚਾਹੁੰਦੇ ਹਾਂ ਕਿ ਹਰ ਕਿਸੇ ਪਾਰਟੀ ਦੇ ਵਿੱਚ ਸਾਡੀ ਪਾਰਟੀ ਕੋਈ ਵੀ ਪਾਰਟੀ ਕਿਸੇ ਵੀ ਪਾਰਟੀ ਦੇ ਵਿੱਚ ਅਗਰ ਕੋਈ ਏਦਾਂ ਦਾ ਕੰਮ ਕਰਦਾ ਉਹਦੇ ਤੇ ਫੁੱਲ ਟੁਕ ਕਾਰਵਾਈ ਹੋਣੀ ਚਾਹੀਦੀ ਹੈ। जी ਬਟ ਆਮ ਆਦਮੀ ਪਾਰਟੀ ਜਿਹੜੇ ਸਾਡੇ ਤੇ ਇਹਨੇ ਇਲਜ਼ਾਮ ਲਗਾ ਰਹੀ ਹੈ ਜੋ ਵੀ ਹੈ ਅੰਟਿਲ ਐਂਡ ਅਨਲੈਸ ਜਦੋਂ ਤੱਕ ਜੱਜ ਸਾਹਿਬ ਉਹਨਾਂ ਨੂੰ ਕਨਵਿਕਟਡ ਸਾਬਿਤ ਨਹੀਂ ਕਰ ਦਿੰਦੇ, ਵਾਟ ਅਬਾਊਟ ਉਹਨਾਂ ਦੇ ਜਿਹੜੇ ਆਪਣੇ ਮੰਤਰੀ ਨੇ ਜਿਹੜੇ ਕਿ ਬਾਰ-ਬਾਰ ਉਹਨਾਂ ਦੀਆਂ ਆਡੀਓ ਵਾਇਰਲ ਹੋ ਰਹੀਆਂ ਨੇ ਔਰ ਉਹਨਾਂ ਦੇ ਆਪਣੇ ਪਾਰਟੀ ਦੇ ਵਰਕਰ ਹੀ ਖੁਦ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਦੀ ਆਡੀਓ ਵਾਇਰਲ ਕਿਤੇ ਵੀ ਇਹਨਾਂ ਦੀ ਚੈਕਿੰਗ ਕਰਵਾ ਲਓ, ਕੁਝ ਵੀ ਕਰਾ ਲਓ, ਜਨਤਕ ਹੋਣ ਦੇ ਬਾਵਜੂਦ ਵੀ ਤੁਸੀਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ? ਸਾਡੇ ਮੰਤਰੀ ਤੇ ਤੁਹਾਨੂੰ ਲੱਭ ਰਹੇ ਨੇ ਪਰ ਆਪਣੇ ਮੰਤਰੀਆਂ ਤੇ ਤੁਸੀਂ ਕਾਰਵਾਈ ਕਰ ਰਹੇ। ਫੌਜਾ ਸਿੰਘ ਸਰਾਰੀ ਜਿਹੜੇ ਕਿ ਗੁਰਹਰਸਹਾਏ ਤੋਂ MLA ਨੇ ਔਰ ਮੰਤਰੀ ਵੀ ਨੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁਣ ਤੱਕ ਹੋ ਰਹੀ। ਕਿਉਂ? ਵਜ੍ਹਾ ਕੀ ਹੈ ਕਿ ਉਹਨਾਂ ਨਾ ਆਮ ਆਦਮੀ ਪਾਰਟੀ ਨੇ ਏਦਾਂ ਦੀਆਂ ਉਹਨਾਂ ਤੇ ਪਲੈਨਿੰਗਾਂ ਕਰ ਰਹੀ ਹੈ ਕਿ ਜਾਣ ਬੁੱਝ ਕੇ ਪੰਜਾਬ ਦਾ जी ਬਾਬਾ ਰਾਮ ਰਹੀਮ ਜੀ ਦੇ ਆਸ਼ਰਮ ਦੇ ਵਿੱਚ ਪਿਆਣਾ ਦੇਖੋ ਇੰਨੀ ਗਿਰ ਗਈ ਕਿ ਬਾਬਾ ਰਾਮ ਰਹੀਮ ਜੀ ਦੇ ਆਸ਼ਰਮ ਤੇ ਜਾਓ, ਤੁਸੀਂ ਉੱਥੇ ਮੱਥਾ ਟੇਕ ਕੇ ਆਓ ਤੇ ਲੋਕ ਪੰਜਾਬ ਦੇ ਜਿਹੜੇ ਨੇ ਤੁਹਾਡੇ ਇਸ ਮੁੱਦੇ ਤੋਂ ਭਟਕ ਜਾਣਗੇ ਔਰ ਸ਼ਾਇਦ ਤੁਹਾਡਾ ਜਿਹੜਾ ਇਹ ਮੁੱਦਾ ਹੈ ਇਸੇ ਤਰੀਕੇ ਨਾਲ ਦੱਬਿਆ ਜਾਏਗਾ। ਕਿਉਂ ਨਹੀਂ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ? ਜਿਹੜੇ ਕਿ ਆਲਰੇਡੀ ਸਭ ਜਾਣਦੇ ਨੇ, ਤੁਹਾਡੇ ਆਪਣੇ ਪਾਰਟੀ ਦੇ ਵਰਕਰ ਕਹਿ ਰਹੇ ਨੇ ਤੁਸੀਂ ਉਹਨਾਂ ਤੇ ਕਾਰਵਾਈਆਂ ਕੋਈ ਕਰ ਨਹੀਂ ਰਹੇ ਤੇ ਸਾਡੇ ਤੇ ਤੁਸੀਂ ਸ਼ਿਕੰਜੇ ਕੱਸ ਰਹੇ ਹੋ। ਕੱਸਣੇ ਬਣਦੇ ਆ ਸਾਰੇ ਤੇ ਬਣੋ ਪਰ ਆਪਣੇ ਤੇ ਵੀ ਕਾਰਵਾਈ ਕਰੋ, ਕਿਉਂ ਨਹੀਂ ਕਰ ਰਹੇ? ਔਰ ਤੁਸੀਂ ਰੇਟ ਆਫ ਕਰਪਸ਼ਨ ਇਹਨਾਂ ਇਸ ਪਾਰਟੀ ਦੀ ਤੁਸੀਂ ਚੈੱਕ ਕਰੋ, ਆਮ ਆਦਮੀ ਪਾਰਟੀ ਦੀ ਰੇਟ ਆਫ ਕਰਪਸ਼ਨ ਜਿਹੜੀ ਕਿ ਸਾਡੀ ਪਾਰਟੀ ਪਿਛਲੇ 70-75 ਸਾਲ ਦੀ ਪੁਰਾਣੀ ਪਾਰਟੀ ਹੈ। ਅਗਰ ਕੋਈ ਇਹਦੇ ਵਿੱਚੋਂ ਕਨਵਿਕਟਡ ਨਿਕਲ ਰਿਹਾ ਵੀ ਹੈ, ਜਿਸ ਦਿਨ ਨਿਕਲੇਗਾ ਵੀ ਜਾਂ ਕਿਸੇ ਤੇ ਇਲਜ਼ਾਮ ਲੱਗ ਵੀ ਰਹੇ ਨੇ, ਕੋਈ ਵੀ ਪਾਰਟੀ ਦੇ ਵਿੱਚ ਜਦੋਂ ਕੋਈ ਕੰਮ ਕਰਨ ਲਈ ਆਉਂਦਾ ਅਸੀਂ ਕੋਈ ਉਹਦਾ ਲਾਈ ਡਿਟੈਕਟਰ ਟੈਸਟ ਕਰਕੇ ਨਹੀਂ ਲਿਆਉਂਦੇ ਕਿ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹ ਭ੍ਰਿਸ਼ਟਾਚਾਰ ਕਰੇਗਾ ਕਿ ਨਹੀਂ ਕਰੇਗਾ। ਇਹ ਤਾਂ ਸਾਡੇ ਲਾਅ ਐਂਡ ਆਰਡਰ ਜਿਹੜੇ ਨੇ ਜੱਜ ਸਾਹਿਬ ਨੇ, ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ ਇਹ ਡਿਸਾਈਡ ਕਰੇਗਾ ਕਿ ਇਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ। ਪਰ ਤੁਸੀਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ 6 ਮਹੀਨੇ ਦੇ ਵਿੱਚ ਜਿਹੜੀ ਇਹਨਾਂ ਦੀ ਰੇਟ ਆਫ ਕਰਪਸ਼ਨ ਹੈਗੀ, ਸਿਰਫ 6 ਮਹੀਨੇ ਦੀ ਗੱਲ ਕਰ ਰਹੀ ਹਾਂ, ਤੇ ਸੋਚੋ ਜੇ ਇਹਨਾਂ ਨੇ 5-10 ਸਾਲ ਜੇ ਕਿਤੇ ਹੋਰ ਕਿਤੇ ਇੱਧਰ ਉੱਧਰ ਲਗਾ ਲਏ ਤੇ ਸੋਚੋ ਸਭ ਤੋਂ ਜ਼ਿਆਦਾ ਰੇਟ ਆਫ ਕਰਪਸ਼ਨ ਇਹਨਾਂ ਦੀ ਪਾਰਟੀ ਦੇ ਵਿੱਚੋਂ ਨਿਕਲਣੇ ਨੇ।
ਚਾਹੇ ਇਹਨਾਂ ਦੇ ਐਮਐਲਏ ਹੋਣ, ਮੰਤਰੀ ਹੋਣ। ਔਰ ਅੱਜ ਤੇ ਇੱਕ ਇਹਨਾਂ ਦੇ ਆਪ ਵਿਧਾਇਕ ਨੂੰ ਭਗੌੜਾ ਸਾਬਿਤ ਕਰ ਦਿੱਤਾ ਮਾਨਯੋਗ ਹਾਈ ਕੋਰਟ ਨੇ, ਕਿਉਂਕਿ ਉੱਥੇ ਪੇਸ਼ ਹੀ ਨਹੀਂ ਹੋਏ। ਸੋਚੋ ਇਹਨਾਂ ਤੇ ਕਿੰਨੇ ਐਲੀਗੇਸ਼ਨਸ ਲੱਗ ਰਹੇ ਨੇ। ਔਰ ਸਭ ਤੋਂ ਪਹਿਲੇ ਜਦੋਂ ਹੁਣ ਇਹਨਾਂ ਨੇ ਐਮਪੀ ਇਲੈਕਸ਼ਨ ਹੋਣੇ ਸੀਗੇ, ਉਦੋਂ ਜਿਹੜੇ ਵਿਜੇਂਦਰ ਸਿੰਗਲਾ ਜੀ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਬਰਖਾਸਤ ਕੀਤਾ। ਔਰ ਅਸੀਂ ਤੇ ਕਹਿ ਰਹੇ ਹਾਂ, ਸਾਡੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਹਰ ਨਾਤਾ ਤੋੜ ਬੰਦੇ ਦੇ ਨਾਲ ਜੋ ਭ੍ਰਸ਼ਟਾਚਾਰ ਦੇ ਵਿੱਚ ਕਨਵਿਕਟਡ ਹੋਏਗਾ। ਬਟ ਇਹ ਜਿਸ ਬੰਦੇ ਨੂੰ ਪਾਰਟੀ ਤੋਂ ਕਿਸੇ ਪਦ ਤੋਂ ਬਰਖਾਸਤ ਕਰਦੇ ਨੇ, ਉਹ ਦੁਬਾਰਾ ਆਉਣ ਵਾਲੀ ਕੈਬਨਿਟ ਮੰਤਰੀ ਦੀਆਂ ਮੀਟਿੰਗਾਂ ਦੇ ਵਿੱਚ ਉਹ ਪਾਏ ਜਾਂਦੇ ਨੇ। ਨਾਤਾ ਨਹੀਂ ਤੋੜਦੇ, ਇਹ ਡਰਾਮੇ ਕਰਦੇ ਕਿ ਅਸੀਂ ਕਾਰਵਾਈ ਕਰ ਰਹੇ ਹਾਂ। ਤੇ ਕਿਉਂ ਵਿਜੇਂਦਰ ਸਿੰਗਲਾ ਜੀ ਸਾਰੇ ਉੱਥੇ ਬੈਠ ਕੇ ਕੈਬਨਿਟ ਮਿਨਿਸਟਰੀ ਦੀ ਜਿੰਨੀ ਵੀ ਉੱਥੇ ਮੀਟਿੰਗਸ ਹੁੰਦੀਆਂ, ਉੱਥੇ ਬੈਠ ਕੇ ਉਹਨਾਂ ਨਾਲ ਸ਼ਰੀਕ ਕਿਉਂ ਹੁੰਦੇ ਨੇ? ਕਿਉਂ ਨਹੀਂ ਉਹਨਾਂ ਨੂੰ ਬਰਖਾਸਤ ਕੀਤਾ ਪਾਰਟੀ ਤੋਂ? ਅਸੀਂ ਡਟ ਕੇ ਕਹਿ ਰਹੇ ਹਾਂ। ਸਾਡੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਵੀ ਸਾਡਾ ਐਕਸ ਮੰਤਰੀ ਜਾਂ ਕੋਈ ਵਰਕਰ ਕਨਵਿਕਟਡ ਹੋਏਗਾ, ਅਸੀਂ ਉਹਦੇ ਨਾਲ ਪਾਰਟੀ ਵੱਲੋਂ ਹਰ ਨਾਤਾ ਤੋੜਾਂਗੇ। ਜੇ ਸਿਰਫ ਆਰੋਪ ਲੱਗਦੇ ਆ ਤਾਂ ਪਾਰਟੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ? ਕਾਰਵਾਈ ਵੀ ਜ਼ਰੂਰ ਕਰਾਂਗੇ, ਨਾਲ ਹੋ ਕੇ ਕਰਾਂਗੇ, ਜ਼ਰੂਰ ਕਰਾਂਗੇ ਜੀ। ਅਮਿਤ ਅਰੋੜਾ ਜੀ, ਜੇ ਗੱਲ ਕਰਦੇ ਆ ਆਪਾਂ, ਤੁਸੀਂ ਨੈਸ਼ਨਲ ਲੈਵਲ ਤੇ ਤੁਹਾਡੀ ਪਾਰਟੀ ਕੇਂਦਰ ਦੇ ਵਿੱਚ ਹੈ, ਸਰਕਾਰ ਦੇ ਵਿੱਚ ਹੈ, ਤੇ ਕਈ ਥਾਵਾਂ ਤੇ ਈਡੀ ਦੀ ਵੀ ਗੱਲ ਆਉਂਦੀ ਹੈ ਤਾਂ ਈਡੀ ਦੀਆਂ ਰੇਡਸ ਵੀ ਹੁੰਦੀਆਂ। ਉਦੋਂ ਇਹ ਕਹਿ ਦਿੱਤਾ ਜਾਂਦਾ ਕਿ ਬਦਲਾਖੋਰੀ ਹੈ। ਪੰਜਾਬ ਦੇ ਵਿੱਚ ਜਦੋਂ ਵਿਜੀਲੈਂਸ ਕੋਈ ਐਕਸ਼ਨ ਲੈਂਦੀ ਹੈ ਤਾਂ ਉਦੋਂ ਇਹ ਕਹਿ ਦਿੱਤਾ ਜਾਂਦਾ ਕਿ ਬਦਲਾਖੋਰੀ ਹੈ। ਰਾਜਨੀਤਿਕ ਬਦਲਾਖੋਰੀ ਇੱਕ ਪਾਸੇ, ਰਿਸ਼ਵਤਖੋਰੀ ਇੱਕ ਪਾਸੇ, ਕਿਹਦਾ ਪਲੜਾ ਭਾਰੀ ਲੱਗਦਾ? ਦੇਖੋ, ਇਸ ਤਰ੍ਹਾਂ ਕਿ ਈਡੀ ਨੇ ਪਾਰਥ ਚਟਰਜੀ ਦੇ ਘਰੋਂ ਅਰਬਾਂ ਰੁਪਏ ਫੜੇ ਜੀ, ਕਿ ਨਹੀਂ ਫੜਨੇ ਚਾਹੀਦੇ? ਬਿਲਕੁਲ ਫੜਨੇ ਚਾਹੀਦੇ। ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੇ ਘਰੋਂ ਸੋਨੇ ਦੀਆਂ ਇੱਟਾਂ ਮਿਲੀਆਂ, ਕਿ ਉਹਦਾ ਸੋਰਸ ਨਹੀਂ ਪਕੜਿਆ ਜਾਣਾ ਚਾਹੀਦਾ? ਆਮ ਆਦਮੀ ਪਾਰਟੀ ਦੇ ਐਮਐਲਏ ਗੱਜਨ ਮਾਜਰਾ ਜੀ, ਜਿਹੜੇ ਕਿ ਅਮਰਗੜ੍ਹ ਦੇ ਐਮਐਲਏ ਹੈ, 16.5 ਕਰੋੜ ਰੁਪਇਆ ਕੈਸ਼ ਮਿਲਿਆ ਉਹਦੇ ਘਰੋਂ, ਕਿ ਉਹਦੀ ਜਾਂਚ ਨਹੀਂ ਹੋਣੀ ਚਾਹੀਦੀ? ਬਿਲਕੁਲ ਹੋਣੀ ਚਾਹੀਦੀ ਹੈ। ਪਰ ਇਹ ਸਵਾਲ ਉੱਠਦੇ ਆ ਅਰੋੜਾ ਸਾਹਿਬ, ਜਦੋਂ ਇਹ ਸਵਾਲ ਉੱਠਦੇ ਆ, ਇਹ ਸਵਾਲਾਂ ਦਾ ਸੋਰਸ ਕਿੱਥੋਂ ਆਉਂਦਾ? ਜਦੋਂ ਇਹ ਸਵਾਲ ਉੱਠਦੇ ਆ ਕਿ ਈਡੀ ਨੂੰ ਕੇਂਦਰ ਦੀ ਸਰਕਾਰ ਕੰਟਰੋਲ ਕਰ ਰਹੀ ਹੈ, ਜਾਂ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਅਫਵਾਹਾਂ ਉੱਠਦੀਆਂ ਕਿ ਜੀ ਰਾਜਨੀਤੀ ਵਿੱਚ ਫਾਇਦਾ ਲੈਣ ਲਈ ਈਡੀ ਦੀਆਂ ਰੇਡਸ ਕਰਵਾਈਆਂ ਜਾਂਦੀਆਂ। ਐਸਾ ਹੈ ਕਿ ਸਰਕਾਰ ਦਾ ਦਖਲ ਜਿਹੜਾ ਹੈ ਉਹ ਕਿਤੇ ਵੀ ਨਹੀਂ ਹੈ। ਏਜੰਸੀਆਂ ਜਿਹੜੀਆਂ ਨੇ ਫ੍ਰੀ ਹੈ ਜੀ। ਅਸੀਂ ਕਹਿੰਦੇ ਆ ਜੀ ਮੋਦੀ ਨੇ ਕਾਲਾ ਧਨ ਵਾਪਸ ਲਿਆਂਦਾ ਜਿਹੜਾ ਵੈ ਉਹ ਵਾਅਦਾ ਕੀਤਾ ਸੀ, ਤੇ ਕਾਲਾ ਧਨ ਫਿਰ ਆਊਗਾ ਹੀ ਨਾ ਜੇ ਭ੍ਰਿਸ਼ਟਾਚਾਰੀਆਂ ਨੂੰ ਨਕੇਲ ਕੱਸੀ ਜਾਏਗੀ ਤੇ ਜੀ। ਤੁਸੀਂ ਮੈਨੂੰ ਇਹ ਦੱਸੋ ਕਿ ਸੁਕੇਸ਼ ਚੰਦਰ ਜਿਹੜਾ ਸ਼ੇਖਰ ਜਿਹਦੀ ਚਿੱਠੀ ਵਗੈਰਾ ਆਈ ਸਾਹਮਣੇ ਜੀ ਕਿ 50 ਕਰੋੜ ਰੁਪਇਆ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ, 10 ਕਰੋੜ ਰੁਪਇਆ ਸਤਿੰਦਰ ਜੈਨ ਨੂੰ ਦਿੱਤਾ ਗਿਆ, ਉਹਦੀ ਜਾਂਚ ਹੋਣੀ ਚਾਹੀਦੀ ਕਿ ਨਹੀਂ? ਪਹਿਲਾਂ ਤੁਸੀਂ ਮੈਨੂੰ ਇਹ ਦੱਸੋ। ਬਿਲਕੁਲ ਜਾਂਚ ਹੋਣੀ ਚਾਹੀਦੀ ਹੈ। ਕਿਸੇ ਵੀ ਜਿਹੜਾ ਅਣਮਿੱਥਿਆ ਤੇ ਅਨਰਿਕਾਰਡਡ ਜਿਹੜਾ ਵੀ ਪੈਸਾ ਟ੍ਰਾਂਜ਼ਿਟ ਹੁੰਦਾ, ਕਿਤੇ ਵੀ ਟ੍ਰਾਂਜੈਕਸ਼ਨ ਹੁੰਦੀ ਹੈ, ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ। ਬਿਨਾਂ ਜਾਂਚ ਤੋਂ ਕੇਜਰੀਵਾਲ ਜੀ ਕਹਿੰਦੇ ਆ ਜੀ ਉਹਨਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਸਤਿੰਦਰ ਜੈਨ ਨੂੰ। ਜੀ, ਆਪਣੇ ਮੰਤਰੀ ਜਿਹੜੇ ਆ ਉਹ ਪਾਕ ਸਾਹਿਬ ਹੈਗੇ ਆ, ਉਹਨਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ, ਤੇ ਦੂਜੀਆਂ ਪਾਰਟੀਆਂ ਦੇ ਲੀਡਰ ਜਿਹੜੇ ਆ ਉਹ ਪਾਪੀ ਹੈਗੇ ਆ। ਪਰ ਇਹ ਦੂਜੀਆਂ ਪਾਰਟੀਆਂ ਦੇ ਲੀਡਰ ਜਿਹੜੇ ਆ ਉਹ ਦਾਗੀ ਹੈਗੇ ਆ। ਤੁਸੀਂ ਮੈਨੂੰ ਇਹ ਦੱਸੋ ਜੀ, ਤੁਸੀਂ ਮੈਨੂੰ ਇਹ ਦੱਸੋ ਕਿ ਮੇਰੀ ਭੈਣ ਨੇ ਕਿਹਾ ਜੀ ਫੌਜਾ ਸਿੰਘ ਸਰਾਰੀ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ? ਇਹਨਾਂ ਦੇ ਡਾਕਟਰ ਵਿਜੇ ਇੰਦਰ ਸਿੰਗਲਾ ਗੁਜਰਾਤ ਦੇ ਇਲੈਕਸ਼ਨ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਆ ਜੀ, ਉਹਨਾਂ ਨੂੰ ਕਿਉਂ ਨਹੀਂ ਪਾਰਟੀ ਤੋਂ ਬਾਹਰ ਕੱਢਿਆ? ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਬਦਲਾਖੋਰੀ ਹੋ ਰਹੀ ਹੈ? ਨਹੀਂ, ਪੰਜਾਬ ਦੇ ਵਿੱਚ ਸ਼ਰੇਆਮ ਇੱਕ ਕਮਿਸ਼ਨ ਲਾ ਰਹੇ ਆ ਸ਼ਰਾਬ ਦੇ ਠੇਕੇਦਾਰਾਂ ਕੋਲੋਂ। 5% ਕਿਕ ਬੈਗ ਸ਼ਰਾਬ ਦੇ ਠੇਕੇਦਾਰਾਂ ਕੋਲੋਂ ਵਾਪਸ ਲਿਆ ਜਾ ਰਿਹਾ, ਔਰ ਪੈਸੇ ਸਾਰੇ ਗੁਜਰਾਤ ਔਰ ਹਿਮਾਚਲ 'ਚ ਜਾ ਰਹੇ ਆ। 2400 ਕਰੋੜ ਰੁਪਏ ਦਾ ਦਿੱਲੀ ਦੇ ਵਿੱਚ ਸ਼ਰਾਬ ਘੁਟਾਲਾ ਹੋਇਆ ਜੀ। ਤੁਸੀਂ ਮੈਨੂੰ ਦੱਸੋ ਨਾ ਕਿ ਅੱਜ ਪਰਾਲੀ ਦੇ ਮੁੱਦੇ ਤੇ ਕੀ ਨਾਟਕਬਾਜ਼ੀ ਹੋ ਰਹੀ ਹੈ?
ਅੱਜ ਇਹਨਾਂ ਨੂੰ ਕੇਜਰੀਵਾਲ ਜੀ ਨੂੰ ਪੋਲਿਊਸ਼ਨ ਨਹੀਂ ਨਜ਼ਰ ਆਉਂਦਾ। ਹੂੰ ਕੇਂਦਰ ਸਰਕਾਰ ਨੇ ਮਸ਼ੀਨਾਂ ਦਿੱਤੀਆਂ ਪਰਾਲੀ ਦੀ ਸੰਭਾਲ ਵਾਸਤੇ, ਅਜੇ ਤੱਕ ਡਿਸਟ੍ਰੀਬਿਊਸ਼ਨ ਨਹੀਂ ਹੋਈ ਪੰਜਾਬ ਦੇ ਵਿੱਚ। ਪਰ ਜਦੋਂ ਅਸੀਂ Time ਆਮ ਹੀ ਆਦਮੀ ਨਹੀਂ ਹੈ। ਪਾਰਟੀ ਤੋਂ ਪੁੱਛਦੇ ਹਾਂ, ਇਹਨਾਂ ਮੁੱਦਿਆਂ ਤੇ ਵੀ ਅਸੀਂ ਗੱਲ ਕੀਤੀ ਹੈ, ਡਿਬੇਟਸ ਵੀ ਕਰਦੇ ਹਾਂ, ਹੋਰ ਵੀ ਮਸਲਿਆਂ ਤੇ ਪੁੱਛਦੇ ਹਾਂ, ਤਾਂ ਆਮ ਆਦਮੀ ਪਾਰਟੀ ਦਾ ਇੱਕ ਜਵਾਬ ਹੁੰਦਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਤੁਹਾਨੂੰ ਬੁਲਾਉਣਾ ਚਾਹੀਦਾ ਸੀ, ਤਾਂ ਹੀ ਸਾਡੇ ਜਵਾਬਾਂ ਦਾ ਜਿਹੜਾ ਵਾ ਜਵਾਬ ਕੌਣ ਦਊਗਾ? ਅਸੀਂ ਜਿਹੜੇ ਸਾਡੇ ਜਿਹੜੇ ਪ੍ਰਸ਼ਨ ਹੈ ਜੀ ਉਹਨਾਂ ਦਾ ਉੱਤਰ ਕੌਣ ਦਊਗਾ? ਬਿਲਕੁਲ, ਆਮ ਆਦਮੀ ਪਾਰਟੀ ਨੂੰ ਵੀ ਇਨਵਾਈਟ ਕੀਤਾ ਸੀ ਇਸ ਡਿਬੇਟ ਦੇ ਲਈ। ਉਹ ਕਿਸੇ ਵੀ ਕਾਰਨ, ਕੋਈ ਵੀ ਕਾਰਨ ਹੋ ਸਕਦਾ ਕਿ ਉਹ ਨਹੀਂ ਆਏ, ਪਰ ਜਦੋਂ ਵੀ ਅਸੀਂ ਉਹਨਾਂ ਤੋਂ ਇਹ ਸਵਾਲ ਪੁੱਛਦੇ ਹਾਂ, ਹਰ ਡਿਬੇਟ ਦੇ ਵਿੱਚ ਇਹ ਹੁੰਦਾ ਹੈ, ਤਾਂ ਉਹਨਾਂ ਦਾ ਇੱਕ ਬਣਿਆ ਬਣਾਇਆ ਜਵਾਬ ਹੁੰਦਾ ਕਿ ਇਹ ਪਿਛਲੀਆਂ ਸਰਕਾਰਾਂ ਦੇ ਪੱਟੇ ਹੋਏ ਟੋਏ ਨੇ, ਉਹਨਾਂ ਨੂੰ ਅਸੀਂ ਭਰਨ 'ਚ ਲੱਗੇ ਹੋਏ ਹਾਂ। ਨਹੀਂ, ਫਿਰ ਭ੍ਰਿਸ਼ਟਾਚਾਰ ਦਾ ਜਵਾਬ ਭ੍ਰਿਸ਼ਟਾਚਾਰ ਨਾਲ ਤਾਂ ਨਹੀਂ ਨਾ ਦਿੱਤਾ ਜਾ ਸਕਦਾ। ਤੁਸੀਂ ਦੇਖੋ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਤਹਿਸੀਲ 'ਚ ਚਲੇ ਜਾਓ, ਪ੍ਰਾਪਰਟੀ ਦਾ ਕੰਮ ਜ਼ੀਰੋ ਹੈ। ਉਹਨਾਂ ਰੀਜਨ ਇਹ ਹੈ ਕਿ ਪਹਿਲੇ ਨਾਲੋਂ ਜ਼ਿਆਦਾ ਡਬਲ ਮਤਲਬ ਕਿ ਭ੍ਰਿਸ਼ਟਾਚਾਰ ਹੋ ਗਿਆ ਤਹਿਸੀਲਾਂ ਦੇ ਵਿੱਚ। ਕਿਸੇ ਨੇ ਰਜਿਸਟਰੀ ਕਰਾਣੀ ਜਾ ਕੇ ਤਹਿਸੀਲਦਾਰ ਅੱਗੇ ਨਾਲੋਂ ਦੁੱਗਣੇ ਪੈਸੇ ਮੰਗਦੇ, ਪਹਿਲੇ ਆਬਜੈਕਸ਼ਨ ਲਾਉਂਦੇ ਆ, ਆਬਜੈਕਸ਼ਨ ਲਾਉਣ ਤੋਂ ਪਹਿਲੇ ਕਹਿੰਦੇ, ਬਾਅਦ ਚ ਕਹਿੰਦੇ ਯਾਰ ਕਿੱਥੋਂ ਇਹ ਤੁਸੀਂ ਕਾਰਵਾਈਆਂ ਪੂਰੀਆਂ ਕਰਦੇ ਰਹੋਗੇ, ਇਹ ਜਿਹੜੀਆਂ ਲਿਖਤੀ ਟਰਮਸ ਕੰਡੀਸ਼ਨ ਸਰਕਾਰ ਦੀਆਂ ਕਿੱਥੋਂ ਪੂਰੀਆਂ ਕਰੋਗੇ? ਤੁਸੀਂ ਸਾਨੂੰ ਇੰਨੇ ਪੈਸੇ ਦਿਓ, ਆਪਣੀ ਰਜਿਸਟਰੀ ਕਰਾਓ। ਮਤਲਬ ਅੱਗੇ ਨਾਲੋਂ ਦੁੱਗਣੇ ਪੈਸੇ ਜਿਹੜੇ ਤਹਿਸੀਲਦਾਰ ਲੈ ਰਹੇ ਆ, ਤੇ ਭ੍ਰਿਸ਼ਟਾਚਾਰ ਕਿੱਥੋਂ ਖਤਮ ਹੋ ਗਿਆ? ਕੱਟੜ ਇਮਾਨਦਾਰ ਸਰਕਾਰ ਕਿੱਥੋਂ ਦੀ ਹੋਈ? ਜੀ ਜੀ ਬਿਲਕੁਲ, ਇਹਨਾਂ ਤੇ ਵੀ ਅਸੀਂ ਗੱਲ ਕਰਾਂਗੇ। ਮਠਾਰੂ ਸਾਹਿਬ, ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜੋ ਪੰਜਾਬ ਸਰਕਾਰ ਨੇ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਪਿਛਲੇ ਦਿਨੀ ਉਹਦੀਆਂ ਵੀ ਰਿਪੋਰਟਸ ਆਈਆਂ ਸਾਹਮਣੇ ਕਿ 3.5 ਲੱਖ ਤੋਂ ਵੱਧ ਸ਼ਿਕਾਇਤਾਂ ਉਹਦੇ 'ਚ ਆਈਆਂ, ਪਰ 50 ਸ਼ਿਕਾਇਤਾਂ ਤੇ ਕੇਸ ਦਰਜ ਹੋ ਸਕੇ। ਤੇ ਕੀ ਲੱਗਦਾ ਕਿ ਉਹ ਹੈਲਪਲਾਈਨ ਨੰਬਰ ਕਿਤੇ ਕੰਮ ਆ ਰਿਹਾ ਹੈ ਜਾਂ ਫਿਰ ਸਿਰਫ ਹਾਥੀ ਦੇ ਦੰਦਾਂ ਵਾਂਗੂ ਦਿਖਾਉਣ ਵਾਲੀ ਹੈ? ਜੀ ਮਠਾਰੂ ਸਾਹਿਬ। ਮਠਾਰੂ ਜੀ ਸੁਣ ਪਾ ਰਹੇ ਹੋ? ਬ੍ਰੇਕ ਹੋ ਗਿਆ ਜੀ ਲਿੰਕ ਉਹਨਾਂ ਦਾ। ਜੀ ਅਰੋੜਾ ਸਾਹਿਬ, ਜਿਵੇਂ ਸਰਕਾਰ ਦਾਵਾ ਕਰਦੀ ਹੈ, ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਕਰਪਸ਼ਨ ਹਟਾਤੀ, ਅਖਬਾਰਾਂ ਦੇ ਵਿੱਚ ਵੀ ਇਸ਼ਤਿਹਾਰ ਆਉਂਦੇ ਆ, ਤੇ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕਰਕੇ ਉਹ ਕਹਿੰਦੇ ਆ ਕਿ ਅਸੀਂ ਕਰਪਸ਼ਨ ਰਹਿਤ ਕਰਤਾ ਪੰਜਾਬ ਨੂੰ। ਕੀ ਹੈ ਦਾਵਾ? ਦਾਅਵੇ ਦੀ ਸੱਚਾਈ ਕੀ ਹੈ? ਦੇਖੋ ਜੀ, ਦਾਵਾ ਜਿਹੜਾ 0/0 ਹੈ। ਤੁਹਾਡਾ ਮੁੱਢਲਾ ਕਮੈਂਟ ਸੀ ਕਿ ਅੱਜ ਜੇ 50 ਬੰਦਿਆਂ ਤੇ ਕਾਰਵਾਈ ਕਰਦੇ ਆ ਤੇ ਨਾਲ ਜਿਹੜੇ ਆ ਉਹ 100 160 ਜਾਂ 200 ਹੋਰ ਖੜਾ ਹੋ ਜਾਂਦਾ ਭ੍ਰਿਸ਼ਟਾਚਾਰੀ। ਦੇਖੋ ਇਹ ਇੱਕ ਨਕਸਦ ਹੈ ਜੀ, ਜਿੰਨੇ ਪੋਲੀਟੀਸ਼ੀਅਨ ਆ, ਸੱਤਾਰੂੜ ਪਾਰਟੀ ਦੇ ਪੁਲਿਸ ਅਧਿਕਾਰੀ ਔਰ ਪ੍ਰਸ਼ਾਸਨ, ਉਹਨਾਂ ਦਾ ਇੱਕ ਨਕਸਦ ਹੈ, ਔਰ ਨਕਸਦ ਦੇ ਰਾਹੀਂ ਹੀ ਭ੍ਰਿਸ਼ਟਾਚਾਰ ਜਿਹੜਾ ਵਾ ਉਹ ਦਿਨੋਂ ਦਿਨ ਵੱਧ ਰਿਹਾ। ਤੁਸੀਂ ਦੇਖੋ ਨਾ, ਮਲਸੀਆਂ ਦੇ ਵਿੱਚ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਆਪਣੇ ਕਾਰਜਕਰਤਾ ਧਰਨਾ ਲਾ ਕੇ ਬੈਠੇ ਆ ਕਿ ਸਾਡਾ ਜੀ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਵਾ ਉਹ ਮਾਈਨਿੰਗ ਕਰਵਾ ਰਿਹਾ, 15,000 ਰੁਪਏ ਦੀ ਟਰਾਲੀ ਸ਼ਰੇਆਮ ਵੇਚ ਰਿਹਾ। ਜਲੰਧਰ ਦੇ ਐਮਐਲਏ ਨੇ ਡੀਸੀਪੀ ਨੂੰ ਬੰਦੀ ਬਣਾ ਲਿਆ। ਦੱਸੋ ਸਰਕਾਰ ਨੇ ਕੀ ਕਾਰਵਾਈ ਕੀਤੀ? ਜਿਹੜਾ ਇੱਕ ਦੂਸਰਾ ਐਮਐਲਏ ਆਪਣੇ ਸ਼ੀਤਲ ਅੰਗਰਾਲ, ਉਹਦੇ ਭਰਾ ਨੇ ਜਾ ਕੇ ਮਹਿਲਾ ਡਾਕਟਰ ਦੇ ਨਾਲ ਸਿਵਲ ਹਸਪਤਾਲ 'ਚ ਬਦਸਲੂਕੀ ਕੀਤੀ। ਦੱਸੋ ਉਹਨਾਂ ਨੇ ਕੀ ਕਾਰਵਾਈ ਕੀਤੀ ਸਰਕਾਰ ਨੇ? ਇਹ ਕਿੱਥੋਂ ਦੀ ਇਮਾਨਦਾਰ ਸਰਕਾਰ ਹੈ? ਇਮਾਨਦਾਰ ਵਿਵਹਾਰ ਦੇ ਵਿੱਚ ਵੀ ਨਜ਼ਰ ਆਉਣਾ ਚਾਹੀਦਾ। ਜੀ ਜੀ ਮਠਾਰੂ ਜੀ, ਸ਼ਰੇਆਮ ਦੁਬਾਰਾ ਜੁੜਦੇ ਆ ਮੇਰੇ ਖਿਆਲ। ਐਮਐਲਏ ਸ਼ਰੇਆਮ ਇਹਨਾਂ ਦੇ ਐਮਐਲਏ ਮਹੀਨਾ ਵਸੂਲੀ ਕਰਨ ਦੇ। ਤੇ ਮਠਾਰੂ ਸਾਹਿਬ, ਮੈਂ ਪੁੱਛ ਰਿਹਾ ਸੀਗਾ ਤੁਹਾਡੇ ਤੋਂ ਸਵਾਲ ਕਿ ਜਿਹੜਾ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸਰਕਾਰ ਵੱਲੋਂ, ਕੀ ਲੱਗਦਾ ਕਿ ਉਹ ਕਿਤੇ ਕਾਰਗਰ ਸਾਬਤ ਹੋ ਰਿਹਾ? ਅਮਨਦੀਪ ਜੀ, ਗੱਲ ਪਤਾ ਕੀ ਹੈ, ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਔਰ ਬਦਕਿਸਮਤੀ ਸਾਡੀ ਕਿ ਅੱਜ ਅਸੀਂ ਇੱਥੇ ਬੈਠ ਕੇ ਇਹੋ ਜਿਹੇ ਲੋਕਾਂ ਦੇ ਬਾਰੇ ਡਿਬੇਟ ਕਰ ਰਹੇ ਹਾਂ ਜਿਨ੍ਹਾਂ ਨੂੰ ਨਾ ਤਾਂ ਕੋਈ ਪੰਜਾਬ ਦੇ ਬਾਰੇ ਸਿੰਸੀਅਰਟੀ ਹੈ, ਨਾ ਉਹ ਸਿੰਸੀਅਰ ਨੇ, ਨਾ ਉਹਨਾਂ ਨੂੰ ਪੰਜਾਬ ਦੇ ਬਾਰੇ ਪਤਾ ਹੈ ਕਿ ਪੰਜਾਬ ਹੈ ਕੀ, ਇਮੋਸ਼ਨਲ ਸਟੇਟ ਹੈ ਔਰ ਐਗਰੀਰੀਅਨ ਸਟੇਟ ਹੈ
ਇਹ ਉਹ ਲੋਕ ਇਸ ਵਾਰ ਸਰਕਾਰ ਦੇ ਵਿੱਚ ਆ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ। ਔਰ ਸਾਡੀ ਇਹ ਬੜੀ ਬਦਕਿਸਮਤੀ, ਮੈਂ ਕਹਿਣਾ ਚਾਹੂੰਗਾ ਇਹ ਜਿਹੜੀ ਪਾਰਟੀ ਹੈ ਅੱਜ ਕਰਪਸ਼ਨ ਹੀ ਕੱਲੀ, ਆਪਾਂ ਠੀਕ ਹੈ ਰੋਜ਼ ਡਿਬੇਟਾਂ ਦੇ ਵਿੱਚ ਜਾਂਦੇ ਆ, ਕਰਪਸ਼ਨ ਹੀ ਇਕੱਲਾ ਮੁੱਦਾ ਨਹੀਂ, ਪਤਾ ਨਹੀਂ ਕਿੰਨਾ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ। ਦੇਖੋ ਕਿਸ ਤਰ੍ਹਾਂ ਔਰ ਡੇਰਾਵਾਦ ਦੇ ਨਾਲ ਇੱਧਰੋਂ ਸਿੱਖ ਜਥੇਬੰਦੀਆਂ ਦਾ ਉਹਨਾਂ ਨਾਲ ਕਿਸ ਤਰ੍ਹਾਂ ਕਲੈਸ਼ ਚੱਲ ਰਿਹਾ ਹੈ। ਕਦੇ ਬਿਆਸ ਡੇਰੇ ਵਾਲੇ ਨਾਲ ਹੋ ਜਾਂਦਾ ਹੈ, ਕਦੇ ਸਰਸੇ ਡੇਰੇ ਵਾਲੇ ਨਾਲ ਹੋ ਜਾਂਦਾ ਹੈ, ਕਦੇ ਆਪਣੇ ਈਸਾਈ ਧਰਮ ਵਾਲੇ ਭਰਾਵਾਂ ਨਾਲ ਹੋ ਜਾਂਦਾ ਹੈ, ਔਰ ਕਦੇ ਹੀਰੋਇਨ ਬਾਹਰੋਂ ਆਉਂਦੀ ਹੈ, ਪਤਾ ਨਹੀਂ ਕੀ ਕੁਝ ਹੋਈ ਜਾਂਦਾ ਹੈ। ਪੰਜਾਬ ਦੇ ਵਿੱਚ ਸਾਰਾ ਪੰਜਾਬ ਜਿਹੜਾ ਹੈਗਾ ਇਨਬੈਲੈਂਸ ਹੋ ਗਿਆ, ਕੁਝ ਨਹੀਂ ਸਮਝ ਆ ਰਿਹਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ। ਇਹ ਸਿਰਫ ਇਸੇ ਕਰਕੇ ਕਿ ਇੱਕ ਨਕੰਮੀ ਸਰਕਾਰ, ਨਖਿੱਧ ਸਰਕਾਰ ਔਰ ਨਖਿੱਧ ਨਕਾਰੇ ਹੋਏ ਪੰਜਾਬ ਦੇ ਜਿਹੜੇ ਲੋਕ ਹੈ ਉਹ ਨੁਮਾਇੰਦਗੀਆਂ ਜਿਹੜੇ ਲੈ ਗਏ ਪੰਜਾਬ ਦੀ, ਇਹ ਬਦਕਿਸਮਤੀ ਹੈ। ਕਿਸੇ ਨੂੰ ਕੁਝ ਨਹੀਂ ਪਤਾ। ਜਿੱਥੋਂ ਤੱਕ ਕਰਪਸ਼ਨ ਦੀ ਗੱਲ ਆਪਾਂ ਕਰ ਲਈਏ, ਇਹਨਾਂ ਦੇ ਸਾਰੇ MLA ਮੰਤਰੀ ਕਰਪਸ਼ਨ ਦੇ ਵਿੱਚ ਲਿਪਤ ਹੁੰਦੇ ਜਾ ਰਹੇ ਆ ਔਰ ਉਸ ਨੂੰ ਸਿਰਫ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ, ਨਿਊਜ਼ਪੇਪਰਾਂ ਦੇ ਉੱਪਰ ਐਡ ਦੇ ਕੇ, ਮਸ਼ਹੂਰੀਆਂ ਦੇ ਕੇ ਛੁਪਾਇਆ ਜਾ ਰਿਹਾ। ਅਗਰ ਆਪਾਂ ਗੱਲ ਕਰ ਲਈਏ ਜਿਸ ਤਰ੍ਹਾਂ ਦੀਵਾਨ ਜੀਆਂ ਨੇ ਵੀ ਗੱਲ ਕੀਤੀ, ਸਾਡੇ ਭੈਣ ਜੀ ਟੀਨਾ ਚੌਧਰੀ ਨੇ ਵੀ ਗੱਲ ਕੀਤੀ ਜੀ, ਇਹਨਾਂ ਕੋਲੋਂ ਹੁਣ ਤਾਂ ਮੈਂ ਦੀਵਾਨ ਜੀਆਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ, ਜਿਸ ਤਰ੍ਹਾਂ ED ਹੈ, ਕੱਲ ਦੀ ਰਿਪੋਰਟ ਹੈ, ED ਨੇ ਪੰਜਾਬ ਸਰਕਾਰ ਨੂੰ ਔਰ ਵਿਜੀਲੈਂਸ ਨੂੰ ਕਿਹਾ ਕਿ ਜਿਹੜੇ ਭ੍ਰਿਸ਼ਟ ਮੰਤਰੀ ਆ, ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਹੈ, ਚਾਹੇ ਤੁਹਾਡੇ, ਉਹਨਾਂ ਨੂੰ ਜਿਹੜੀਆਂ ਹੈਗੀਆਂ ਸਾਡੇ ਕੋਲੇ ਉਹਨਾਂ ਦੀਆਂ ਰਿਪੋਰਟਾਂ ਦਿਓ ਤਾਂ ਕਿ ਅਸੀਂ ਉਹਨਾਂ ਜਿਹੜਾ ਹੈਗਾ ਕਾਰਵਾਈ ਕਰ। ਔਰ ਇਹਨਾਂ ਨੇ ਆਪਣੇ ਮੰਤਰੀਆਂ ਦੀ ਨਹੀਂ ਦੇਣੀ, ਕਿਉਂਕਿ ਨਾ ਹੀ ਤਾਂ ਇਹਨਾਂ ਨੇ ਵਿਜੇ ਸਿੰਘ ਦੀ ਰਿਪੋਰਟ ਦੇਣੀ ਆ, ਨਾ ਹੀ ਭੁਪਿੰਦਰ ਸਿੰਘ ਸਰਾਰੀ ਦੀ ਦੇਣੀ ਆ। ਇੱਥੋਂ ਤੱਕ ਕਿ ਇਹਨਾਂ ਦੇ ਜਿਹੜੇ ਜਿੰਨੇ ਵੀ ਮੰਤਰੀ ਆ ਇਸ ਟਾਈਮ ਦੇ ਪੂਰੀ ਲੁੱਟਣ, ਜਿਸ ਤਰ੍ਹਾਂ ਬਾਦਲ ਦਾ ਸੁਖਬੀਰ ਸਿੰਘ ਬਾਦਲ ਨੇ ਕੱਲ ਹੀ ਕਿਹਾ ਸੀ, ਇਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਨਾ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਨਾਰਾ, ਉਹ ਕਹਿੰਦੇ ਇੱਕ ਨਵਾਂ ਨਾਰਾ ਇਹਨਾਂ ਨੇ ਬਣਾਇਆ, ਲੁੱਟ ਲਓ ਪੰਜਾਬ। ਇਹਨਾਂ ਨੇ ਦਿੱਤਾ ਵੀ ਲੁੱਟ ਲਓ ਜਿੰਨਾ ਤੁਹਾਡੇ ਕੋਲੋਂ ਲੁੱਟਿਆ, ਔਰ ਲੁੱਟਣ ਦੇ ਲੱਗੇ ਹੋਏ ਆ। ਪੰਜਾਬ ਦਾ ਬੁਰਾ ਹਾਲ ਹੈ। ਜਿਹੜੀਆਂ ਤੁਸੀਂ ਸ਼ਿਕਾਇਤਾਂ ਦੀ ਗੱਲ ਕਰਦੇ ਹੋ, 3.5 ਲੱਖ ਸ਼ਿਕਾਇਤਾਂ, ਤੁਸੀਂ ਪਿਛਲਾ ਜਿਹੜੀ ਮਰਜ਼ੀ ਕਾਂਗਰਸ ਦੀ ਸਰਕਾਰ ਆ, ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ, ਤੁਸੀਂ ਪਿਛਲੇ ਡਾਟੇ ਕਢਵਾ ਲਵੋ, ਇਹਨਾਂ ਨਾਲੋਂ 10 ਗੁਣਾ ਜ਼ਿਆਦਾ ਜਿਹੜੇ ਕਰਪਸ਼ਨ ਉਹਨਾਂ ਲੋਕਾਂ ਦੇ ਖਿਲਾਫ ਹੋਏ ਆ, ਜਿਹੜੇ ਲੋਕਾਂ ਨੇ ਕਰਪਸ਼ਨ ਕੀਤੀ, 10 ਗੁਣਾ ਜ਼ਿਆਦਾ। ਇਹਨਾਂ ਨੇ ਡਰਾਮੇਬਾਜ਼ੀਆਂ ਕੀਤੀਆਂ ਕਿ ਇੱਕ ਹੈਲਪਲਾਈਨ ਨੰਬਰ ਪਹਿਲੀ ਗੱਲ ਤਾਂ ਉਹ ਚੱਲਦਾ ਨਹੀਂ। ਲੈ ਤੁਸੀਂ ਫੋਨ ਲਾ ਕੇ ਦੇਖ ਲਓ, ਜੇ ਨੰਬਰ ਚੱਲਦਾ ਤਾਂ ਮੇਰੀ ਗਾਰੰਟੀ ਹੈ ਕੋਈ ਨੰਬਰ ਨਹੀਂ ਚੱਲਦਾ, ਔਰ ਕੋਈ ਕਿਸੇ ਦਾ ਕੁਝ ਨਹੀਂ ਬਣ ਰਿਹਾ। ਜਿਸ ਤਰ੍ਹਾਂ ਤਹਿਸੀਲਾਂ ਦੇ ਵਿੱਚ ਦੀਵਾਨ ਜੀ ਨੇ ਕਿਹਾ, ਤਹਿਸੀਲਾਂ ਦੇ ਵਿੱਚ ਚਲੇ ਜਾਓ ਤੁਸੀਂ, ਰਜਿਸਟਰੀਆਂ ਨਹੀਂ, ਜਿੱਥੇ ਪਹਿਲਾਂ 1000 ਰੁਪਇਆ ਦੇ ਕੇ ਕੰਮ ਹੁੰਦਾ ਸੀ, ਹੁਣ 10,000 ਰੁਪਇਆ ਦੇ ਕੇ ਲੋਕ ਕੰਮ ਕਰਵਾ ਰਹੇ ਆ, ਔਰ ਇਹਨਾਂ ਦੇ ਲੋਕਾਂ ਨੇ ਹਿੱਸੇ ਪੱਤੀਆਂ ਪਾਈਆਂ ਹੋਈਆਂ। ਬੜੇ ਸ਼ਰਮ ਦੀ ਗੱਲ ਹੈ ਕਿ ਡਿਬੇਟ ਦੇ ਉੱਪਰ ਇਹਨਾਂ ਦੇ ਬੁਲਾਰੇ ਆਉਣ ਤੋਂ ਮਨਾਹੀ ਕਰਦੇ ਆ, ਜਦੋਂ ਪਤਾ ਇਹਨਾਂ ਨੂੰ ਵੀ ਕਰਪਸ਼ਨ ਦੇ ਉੱਪਰ ਅੱਜ ਗੱਲ ਹੋਣੀ ਹੈ, ਔਰ ਗੱਲਾਂ ਕਰਦੇ ਆ। ਮੈਂ ਕੋਈ BJP ਦਾ ਸਮਰਥਕ ਨਹੀਂ ਹੈ, ਨਾ ਹੀ ਮੈਂ ਇਹਨਾਂ ਨੂੰ ਇੱਕ ਗੱਲ ਪੁੱਛੋ, ਇਹ ਹੁਣ ਪ੍ਰਣਾਲੀ ਦੇ ਮੁੱਦੇ ਤੇ ਹੈ। ਫਿਰ ਵੈਸੇ ਤਾਂ ਚਲੋ ਕਹਿੰਦੇ ਆ ਕਿ BJP ਨੇ ਸਾਨੂੰ ਮਨਾ ਕਰਤਾ 1500 ਰੁਪਏ। ਇਹਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਤੁਸੀਂ ਸਰਕਾਰ ਬਣਾਈ ਸੀ, ਲੋਕਾਂ ਨਾਲ ਵਾਅਦੇ ਕੀਤੇ ਸੀ, ਕੀ ਫਿਰ ਤੁਸੀਂ ਇਹ ਗੱਲ ਕਹਿ ਕੇ ਕੀਤੇ ਸੀ ਕਿ ਅਸੀਂ ਸੈਂਟਰ ਦੀ ਸਰਕਾਰ ਤੋਂ ਪੈਸੇ ਲੈ ਜ਼ਰੂਰਤਾਂ ਪੂਰੀਆਂ ਕਰਾਂਗੇ, ਸੈਂਟਰ ਤੋਂ ਪੈਸੇ ਲੈ ਕੇ ਅਸੀਂ ਪੰਜਾਬ ਦੀ ਸਰਕਾਰ ਚਲਾਵਾਂਗੇ? ਸੋ ਇਹ ਜਿਹੜੇ ਲੋਕ ਹੈ, ਉਹ ਜਿਵੇਂ ਪੰਜਾਬੀ ਦੀ ਇੱਕ ਕਹਾਵਤ ਹੈ ਨਾ ਮਨਦੀਪ ਜੀ, ਕਿ ਆਪਣੀਆਂ ਕਾਚੂਕਾਂ ਦੀਆਂ ਹੱਥ 'ਚ, ਇਹ ਆਪਣੀਆਂ ਜਿਹੜੀਆਂ ਹੈਗੀਆਂ ਗਲਤੀਆਂ ਨੂੰ ਛੁਪਾਉਣ ਦੇ ਚੱਕਰ 'ਚ ਕਦੇ ਕਾਂਗਰਸੀਆਂ ਨੂੰ ਫੜੀ ਜਾਂਦੇ ਆ। ਚੰਗੀ ਗੱਲ ਹੈ ਅਗਰ ਕਿਸੇ ਨੇ ਕਰਪਸ਼ਨ ਕੀਤੀ ਹੈ। ਮੈਂ ਕਹਿੰਦਾ ਸਾਡੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹਨਾਂ ਨੇ ਬੜਾ ਭੰਡਿਆ, ਸਾਰੀਆਂ ਨੇ ਸਰਕਾਰਾਂ ਨੇ, ਇਹਨਾਂ ਨੇ ਕਾਂਗਰਸੀਆਂ ਨੇ ਭੰਡਿਆ, ਲੁੱਟ ਕੇ ਖਾ ਗਏ ਜੀ। ਇਹਨਾਂ ਕੋਲ 4 ਸ਼ਬਦ ਸੀ, ਲੁੱਟ ਕੇ ਖਾ ਗਏ ਜੀ, ਇਹਨਾਂ ਨੇ ਸੁੱਖ ਵਿਲਾਸ ਬਣਾ ਲਏ ਜੀ, ਬੱਸਾਂ ਪਾਲੀਆਂ ਜੀ, ਪਤਾ ਨਹੀਂ ਕੀ ਕੀ ਐਲੀਗੇਸ਼ਨ ਲਗਾਉਂਦੇ ਰਹੇ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੀ ਲੀਡਰ ਕਰਪਸ਼ਨ ਦੇ ਚਾਰਜ ਦੇ ਵਿੱਚ, ਨਾ ਕਾਂਗਰਸ ਨੇ, ਨਾ ਹੁਣ ਤੱਕ ਦੀ ਆਮ ਆਦਮੀ ਪਾਰਟੀ ਨੇ, ਕੋਈ ਬੰਦਾ ਜਿਹੜਾ ਹੈਗਾ ਸਾਡਾ ਇਸ ਕਰਪਸ਼ਨ ਦੇ ਕੇਸ ਦੇ ਵਿੱਚ ਨਹੀਂ ਆਇਆ। ਸਿਰਫ ਬਦਨਾਮੀ, ਇਹਨਾਂ ਨੇ ਬਦਨਾਮੀ ਕੀਤੀ। ਠੀਕ ਹੈ, ਅਗਰ ਇਹ ਵਿਰੋਧੀ ਧਿਰਾਂ ਨੂੰ ਡਰਾਉਣ ਵਾਸਤੇ, ਅਗਰ ਉਹਨਾਂ ਨੂੰ ਦਬਾਉਣ ਵਾਸਤੇ ਕੰਮ ਕਰ ਰਹੇ ਤਾਂ ਬੜੀ ਮਾੜੀ ਗੱਲ ਹੈ। ਅਗਰ ਇਹ ਕਰਪਸ਼ਨ ਦੇ ਲੋਕ, ਜਿਸ ਤਰ੍ਹਾਂ ਟੀਨਾ ਜੀ ਨੇ ਕਿਹਾ ਕਿ ਕੋਰਟ ਡਿਸਾਈਡ ਕਰੇਗੀ, ਕੋਰਟ ਨੇ ਤਾਂ ਇਹ ਵੀ ਨਹੀਂ ਡਿਸਾਈਡ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਜਿਹੜੀ ਉਹ ਕਿਸ ਨੇ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ। ਕੋਰਟ ਨੇ ਤਾਂ ਇਹ ਵੀ ਨਹੀਂ ਡਿਸਾਈਡ ਕੀਤਾ ਕਿ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਹੈਗੇ ਉਹ ਨਸ਼ੇ ਦੇ ਵਪਾਰੀ ਹੈ, ਉਹਨਾਂ ਤੇ ਵੀ ਐਲੀਗੇਸ਼ਨ, ਉਹਨਾਂ ਨੂੰ ਜੇਲ੍ਹ ਦੇ ਵਿੱਚ ਇਹਨਾਂ ਨੇ ਡੱਕ ਦਿੱਤਾ। ਕੋਰਟ ਦੇ ਵਿੱਚ ਤਾਂ ਹਲੇ ਪਤਾ ਨਹੀਂ, ਕਿਉਂਕਿ ਇਹ ਜਦੋਂ ਆਰੋਪ ਲੱਗਦੇ ਆ, ਪ੍ਰੀਲਿਮਿਨਰੀ ਆਰੋਪ ਲੱਗਦੇ ਆ, ਉਦੋਂ ਜਿਹੜਾ ਹੈਗਾ ਇਹਨਾਂ ਨੂੰ ਸਾਹਮਣਾ ਕਰਨਾ ਹੀ ਪੈਂਦਾ ਸਾਰਿਆਂ ਨੂੰ, ਜਿਸ ਤਰ੍ਹਾਂ ਦੂਸਰੇ ਕਰ ਰਹੇ ਆ।
ਸੋ ਇਹ ਕਰਨਾ ਪਏਗਾ। ਸੋ ਮੇਰੀ ਬੇਨਤੀ ਹੈ ਮਿੱਤਰ ਜੀ ਨੂੰ, ਬੀਜੇਪੀ ਨੂੰ ਵੀ ਹੈ, ਸੈਂਟਰ ਦੀ, ਕਿ ਜਿਹੜੇ ਪੰਜਾਬ ਸਰਕਾਰ ਦੇ ਮੌਜੂਦਾ MLA ਵਿਧਾਇਕ ਚਾਹੇ ਮੁੱਖ ਮੰਤਰੀ ਹੋਵੇ, ਇਹਨਾਂ ਨੂੰ ਕਰਨੀ ਚਾਹੀਦੀ ਹੈ ਜਾਂਚ, ਕਰਨੀ ਚਾਹੀਦੀ ਹੈ। ਕਿਉਂ ਨਹੀਂ ਕਰ ਰਹੇ ਜਾਂਚ? ਸੋ ਮੇਰੀ ਬੇਨਤੀ ਇਹਨਾਂ ਨੂੰ ਉਹ ਵੀ ਕਰਨਾ ਚਾਹੀਦਾ, ਕਿਉਂਕਿ ਇਹ ਖੁਦ ਤਾਂ ਕਰਨਗੇ ਨਹੀਂ। ਬਿਲਕੁਲ। ਅੱਛਾ, ਇੱਕ ਜਿਹੜੀ ਹੋਰ ਅਹਿਮ ਗੱਲ ਨਿਕਲਦੀ ਹੈ ਇਹਦੇ ਵਿੱਚੋਂ, ਉਹ ਇਹ ਨਿਕਲਦੀ ਹੈ, ਜਿਵੇਂ ਤੁਸੀਂ ਹੁਣੇ ਕਿਹਾ ਕਿ ਮਜੀਠੀਆ ਸਾਹਿਬ ਨੂੰ ਇਹਨਾਂ ਨੇ ਜੇਲ੍ਹ 'ਚ ਡੱਕਤਾ, ਤਾਂ ਇਹਦੇ ਵਿੱਚ ਵੀ ਗੱਲ ਇਹੀ ਆਉਂਦੀ ਹੈ ਕਿ ਜਿਹੜੇ ਇੰਸਟੀਟਿਊਸ਼ਨਸ ਨੇ, ਜਿਹੜੇ ਇੰਡੀਪੈਂਡੈਂਟ ਇੰਸਟੀਟਿਊਟਸ ਨੇ, ਉਹਨਾਂ ਤੇ ਸਵਾਲ ਉੱਠਦੇ ਨੇ। ਕਾਂਗਰਸ ਵੀ ਸਵਾਲ ਚੱਕਦੀ ਹੈ ਜਦੋਂ ਵਿਜੀਲੈਂਸ ਕਾਰਵਾਈ ਕਰਦੀ ਹੈ, ਤਾਂ ਕਾਂਗਰਸ ਵੀ ਉਦੋਂ ਕਹਿੰਦੀ ਹੈ ਕਿ ਜੀ ਇਹ ਰਾਜਨੀਤਿਕ ਬਦਲਾਖੋਰੀ ਹੋ ਰਹੀ ਹੈ। ਤੇ ਕੇਂਦਰ ਦੇ ਵਿੱਚ ਵੀ ਹੁਣੇ ਗੱਲ ਕੀਤੀ ਅਸੀਂ ਕਿ ED ਦੇ ਖਿਲਾਫ ਵੀ ਸਵਾਲ ਚੱਕੇ ਜਾਂਦੇ ਨੇ, CBI ਦੇ ਖਿਲਾਫ ਵੀ ਸਵਾਲ ਚੱਕੇ ਜਾਂਦੇ ਨੇ, ਹੋਰ ਕਈ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ, ਪਰ ਉਹਨਾਂ ਤੇ ਸਵਾਲ ਚੱਕੇ ਜਾਂਦੇ ਨੇ। ਇਹ ਕਿੰਨਾ ਕੁ ਗੰਭੀਰ ਹੈ, ਕਿਉਂਕਿ ਲੋਕਾਂ ਦਾ ਵਿਸ਼ਵਾਸ ਹੈ ਇਹਨਾਂ ਇੰਸਟੀਟਿਊਸ਼ਨਸ ਤੇ। ਜੀ ਟੀਨਾ ਦੇਖੋ, ਜੀ, ਗੱਲ ਪਤਾ ਕੀ ਹੈ ਜੀ ਤੁਹਾਡੇ ਤੋਂ ਵੀ ਲੈਣੇ ਆ ਸਵਾਲ ਟੀਨਾ ਜੀ, ਕਿਉਂਕਿ ਤੁਹਾਡੀ ਪਾਰਟੀ ਇਹਦੇ ਤੇ ਆਰੋਪ ਲਗਾਉਂਦੀ ਹੈ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੇ ਕਹਿਣ ਤੇ ਚੱਲਦੀ ਹੈ ਪੰਜਾਬ ਦੇ ਵਿੱਚ। ਜੀ ਇਹਦੇ ਵਿੱਚ ਕੋਈ ਦੋ ਰਾਏ ਹੀ ਨਹੀਂ ਹੈਗੀ। ਇਹ ਤਾਂ ਬਿਲਕੁਲ ਸੱਚ ਹੀ ਹੈ ਕਿ ਹੁਣ ਆਪਣੀ ਉਹ ਪਾਵਰ ਜਿਹੜੀਆਂ ਹੈਗੀਆਂ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਤਰ੍ਹਾਂ ਦੇ ਨਾਲ ਬੱਗਾ ਜੀ ਤੇ ਔਰ ਅਲਕਾ ਲਾਂਬਾ ਜੀ ਤੇ ਇਹਨਾਂ ਨੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਸੀਗੀ, ਕਿਉਂਕਿ ਦਿੱਲੀ ਦੇ ਵਿੱਚ ਤਾਂ ਪੁਲਿਸ ਇਹਨਾਂ ਕੋਲ ਹੈ ਨਹੀਂ, ਤੇ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਇਹਨਾਂ ਕੋਲ ਸੀਗੀ ਉਸ ਟਾਈਮ ਤੇ ਕਿਸ ਤਰੀਕੇ ਦੇ ਨਾਲ ਬਦਨਾਮੀ ਕਰਵਾ ਕੇ, ਔਰ ਅੱਜ ਉਹ ਪਰਚੇ ਰੱਦ ਹੋ ਚੁੱਕੇ ਨੇ ਕੋਰਟ ਵੱਲੋਂ। ਦੇਖੋ ਕਿੰਨਾ ਮਿਸਯੂਜ਼ ਕਰਨ ਦੀ ਕੋਸ਼ਿਸ਼ਾਂ ਤੇ ਲੱਗੀ ਹੋਈ ਹੈ। ਔਰ ਜਦੋਂ ਅਗਲੇ ਸਟੈਂਡ ਲੈਣ ਵਾਲੇ ਹੋਣ ਜਾਂ ਫਿਰ ਮਾਨਯੋਗ ਹਾਈ ਕੋਰਟ ਤੋਂ ਏਦਾਂ ਇਨਸਾਫ ਮਿਲਦਾ ਰਹੇ, ਤੇ ਮੇਰੇ ਖਿਆਲ ਵਿੱਚ ਇਹਨਾਂ ਦੀਆਂ ਆਪਣੀਆਂ ਜਿਹੜੀਆਂ ਚਾਲਾਂ ਨੇ ਉਹ ਸਾਹਮਣੇ ਜ਼ਾਹਿਰ ਹੋ ਹੀ ਜਾਂਦੀਆਂ। ਇੱਕ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹਾਂ। ਰੀਸੈਂਟਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਵੱਲੋਂ 50,000 ਰੁਪਏ ਦਾ ਜੁਰਮਾਨਾ ਲੱਗਿਆ, ਜਿਹਦੇ ਵਿੱਚ ਉਹਨਾਂ ਨੇ ਮਾਈਨਿੰਗ ਦੇ ਕੰਟਰੈਕਟ ਜਿਹੜੇ ਰੱਦ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਸੀਗੀਆਂ, ਉਹ ਗਲਤ ਪਾਲਿਸੀਆਂ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸੀਗੀਆਂ। ਔਰ ਇੱਕ ਵਾਰੀ ਨਹੀਂ, ਘੱਟੋ ਘੱਟ ਇਹਦੇ ਵਿੱਚ 10 ਤੋਂ 12 ਕੇਸਿਸ ਆਲਰੇਡੀ ਹਾਈ ਕੋਰਟ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਸਰਕਾਰ ਦੇ ਖਿਲਾਫ। ਔਰ 50,000 ਦਾ ਜੁਰਮਾਨਾ ਜਿਹੜਾ ਹੈਗਾ ਕੋਈ ਛੋਟਾ ਮੋਟਾ ਜੁਰਮਾਨਾ ਨਹੀਂ ਹੈਗਾ। ਔਰ ਜਿਸ ਕੇਸ ਤੇ ਇਹਨਾਂ ਨੂੰ ਜੁਰਮਾਨਾ ਲੱਗਿਆ, ਮੈਕਸਿਮਮ 5, 10, 15,000 ਤੱਕ ਦਾ ਜੁਰਮਾਨਾ ਲੱਗਦਾ। ਔਰ ਫਿਰ ਵੀ ਦੇਖੋ 50,000 ਦੀ ਫਟਕਾਰ ਲੱਗੀ ਹੈ। ਔਰ ਕਿਆ ਵਿਜੀਲੈਂਸ ਇੱਥੇ ਸੁੱਤੀ ਪਈ ਸੀਗੀ? ਕਿਆ ਉਹ ਕੰਮ ਨਹੀਂ ਸੀ ਕਰ ਸਕਦੀ? ਕਿਆ ਉਹਨਾਂ ਨੂੰ ਇਸ ਟਾਈਮ ਤੇ ਆਪਣੀ ਸਰਕਾਰਾਂ ਦੇ ਡਿਪਾਰਟਮੈਂਟਾਂ ਦੀ ਗਲਤ ਪਾਲਿਸੀਆਂ ਇੰਪਲੀਮੈਂਟ ਹੁੰਦੀਆਂ ਪੰਜਾਬ 'ਚ ਲੱਭਦੀਆਂ ਨਹੀਂ, ਜਿਹਦੇ ਵਿੱਚ ਰੋਜ਼ਗਾਰ ਡਿਪੈਂਡ ਹੈ, ਔਰ ਜਿਹਦੇ ਵਿੱਚ ਲੋਕ ਰੋਟੀ ਖਾਣ ਲਈ ਜਿਹੜੇ ਵਾਅਦੇ ਪਏ ਹੋਏ ਨੇ ਉਹਨਾਂ ਦੇ ਤੇ ਕੋਈ ਕੰਮ ਕਰ ਹੀ ਨਹੀਂ ਰਹੀ, ਔਰ ਸਿਰਫ ਬਾਕੀਆਂ ਨੂੰ ਵੈਂਡੇਟਾ ਪੋਲਿਟਿਕਸ, ਕਿਉਂਕਿ ਪੰਜਾਬ ਸਰਕਾਰ ਕੋਲੋਂ ਕੋਈ ਕੰਮ ਨਹੀਂ ਹੋ ਰਿਹਾ, ਜਿਹਦੇ ਵਿੱਚ ਵੈਂਡੇਟਾ ਪੋਲਿਟਿਕਸ ਖੇਡਣ ਲਈ ਮਜਬੂਰ ਹੋ ਰਹੀ ਹੈ। ਔਰ ਵਿਜੀਲੈਂਸ ਇਹਨਾਂ ਦੇ ਸਿਰ ਤੇ ਤਾਂ ਚੱਲ ਹੀ ਰਹੀ ਹੈ, ਇਹ ਕੌਣ ਨਹੀਂ ਜਾਣਦਾ। ਔਰ ਆਪਣੇ ਡਿਪਾਰਟਮੈਂਟ ਔਰ ਵਿਜੀਲੈਂਸ ਫੌਜਾ ਸਿੰਘ ਸਰਾਰੀ ਨੂੰ ਕਿਉਂ ਨਹੀਂ ਫੜ ਰਹੀ? ਮੇਰਾ ਸਭ ਤੋਂ ਵੱਡਾ ਕੁਐਸਚਨ ਇਹ ਹੈ। ਔਰ ਤੁਸੀਂ ਇੱਕ ਕੁਐਸਚਨ ਕੀਤਾ ਸੀਗਾ ਕਿ ਪੁਰਾਣੀਆਂ ਸਰਕਾਰਾਂ ਦੇ ਉੱਪਰ ਇਹ ਭਾਂਡਾ ਫੋੜਨ ਦੀ ਕੋਸ਼ਿਸ਼ ਕਰਦੇ ਨੇ, ਤੇ ਮੈਨੂੰ ਇੱਕ ਗੱਲ ਦੱਸੋ, ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਪਹਿਲੇ ਆਉਣ ਵਾਲੀ ਸੀ, ਚੋਣਾਂ ਵਿੱਚ ਕੀ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਕਰਪਸ਼ਨ ਬੰਦ ਕਰਕੇ, ਪਤਾ ਸੀਗਾ ਕਿ ਕਰਪਸ਼ਨ ਚੱਲ ਰਹੀ ਹੈ, ਜੇ ਪੰਜਾਬ ਦੇ ਵਿੱਚ ਕਰਪਸ਼ਨ ਬੰਦ ਕਰਕੇ ਅਸੀਂ ਪੰਜਾਬ ਦੇ ਖਜ਼ਾਨਿਆਂ ਨੂੰ ਭਰਾਂਗੇ, ਔਰ ਉਸ ਖਜ਼ਾਨਿਆਂ ਨੂੰ ਭਰ ਕੇ ਸਾਲ ਦਾ 20,000 ਕਰੋੜ ਰੁਪਏ ਦਾ ਮੁਨਾਫਾ ਅਸੀਂ ਕੱਲੀ ਮਾਈਨਿੰਗ ਪਾਲਿਸੀ ਚੋਂ ਹੀ ਲੈ ਕੇ ਆਵਾਂਗੇ, ਐਕਸਾਈਜ਼ ਪਾਲਿਸੀ ਤੋਂ ਤਾਂ ਅਜੇ ਛੱਡ ਹੀ ਦਿਓ। ਔਰ ਜਦੋਂ ਕੈਗ ਦੀ ਰਿਪੋਰਟ ਆਈ ਤੇ ਕੀ ਸਾਬਿਤ ਹੋਇਆ ਕਿ ਇਹ ਆਪਣੀ ਹੀ ਸਰਕਾਰ ਜਿਹੜੀ ਇਹਨਾਂ ਦੀ ਹੈਗੀ ਹੈ, ਝੂਠੇ ਅੰਕੜੇ ਜਿਹੜੇ ਆ ਪੰਜਾਬ ਨੂੰ ਦੱਸ ਰਹੀ ਹੈ, ਜਿਹਦੇ ਵਿੱਚ ਕਿਸੇ ਵੀ ਸੈਗਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਮੁਨਾਫਾ ਨਹੀਂ ਕਮਾਇਆ, ਔਰ ਸਿਰਫ ਪਤਾ ਨਹੀਂ 0.2% ਐਕਸਾਈਜ਼ ਦੇ ਵਿੱਚ ਇਹਨਾਂ ਨੇ ਕਮਾਇਆ, ਔਰ ਉਹ ਵੀ ਪਤਾ ਨਹੀਂ ਨਾ ਦੇ ਬਰਾਬਰ ਹੀ ਹੈ। ਔਰ ਜਦੋਂ ਕੈਗ ਦੀ ਰਿਪੋਰਟ ਸਾਹਮਣੇ ਆਈ ਸੀਗੀ ਉਸ ਟਾਈਮ ਤੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਕਿਸੇ ਵੀ ਡਿਬੇਟ ਦੇ ਵਿੱਚ ਆਪਣਾ ਹਿੱਸਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਤਰ੍ਹਾਂ ਅੱਜ ਨਹੀਂ ਆਏ। ਮੈਂ ਜਿੰਨੀ ਵਾਰ ਵੀ ਇਸ ਚੈਨਲ ਤੇ ਆਈ ਹਾਂ, ਮੋਸਟਲੀ ਇੱਥੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇੱਥੋਂ ਖਿਸਕਦੀ ਹੋਈ ਨਜ਼ਰ ਆਉਂਦੀ ਹੈ। ਕਿਉਂਕਿ ਉਹਨਾਂ ਕੋਲ ਜਵਾਬ ਕੋਈ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਕੁਐਸਚਨ ਅਰਾਈਜ਼ ਹੋਣੇ ਆ, ਜਦੋਂ ਸਾਡੇ ਮੰਤਰੀਆਂ ਦੇ ਸਵਾਲ ਪੁੱਛੇ ਜਾਣਗੇ ਤੇ ਇਹਨਾਂ ਦੇ ਮੰਤਰੀਆਂ ਦੇ ਵੀ ਸਵਾਲ ਪੁੱਛੇ ਜਾਣਗੇ, ਔਰ ਇਹਨਾਂ ਦੇ ਮੰਤਰੀ ਰਡਾਰ ਤੇ ਚੱਲ ਰਹੇ ਨੇ, ਔਰ ਉਹ ਚਾਹੁੰਦੇ ਹੀ ਨਹੀਂ ਹੈ ਕਿ ਇਹ ਮੁੱਦਾ ਦੁਬਾਰਾ ਤੋਂ ਛਿੜੇ, ਔਰ ਸਾਡੇ ਕਾਂਗਰਸ ਦੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਜਿਹੜੇ ਨੇ ਇਹ ਕੋਈ ਐਕਸਪਲੇਨੇਸ਼ਨ ਦੇਣ, ਚਾਹੇ ਇਹਨਾਂ ਦੇ ਚੀਫ ਸਪੋਕਸਪਰਸਨ ਦੀ ਗੱਲ ਕਰ ਲਓ, ਕਿਸ ਤਰ੍ਹਾਂ ਝੂਠੀਆਂ ਸਟੇਟਮੈਂਟਾਂ ਦਿੰਦੇ ਨੇ। ਜਦੋਂ ਹੈਲੀਕਾਪਟਰ ਦੀ ਗੱਲ ਹੋਈ ਸੀਗੀ ਕਿ ਹਰਿਆਣਾ ਦੇ ਨਾਲ ਸਾਡਾ ਐਗਰੀਮੈਂਟ ਹੋਇਆ ਪਿਆ, ਤੇ ਜਦੋਂ ਉਹਦੇ ਵਿੱਚੋਂ ਜਦੋਂ RTI ਦੀ ਰਿਪੋਰਟ ਆਈ ਸੀ ਤੇ ਉਦੋਂ ਕਹਿੰਦੇ ਕਿ ਹਰਿਆਣਾ ਦੇ ਨਾਲ ਕੋਈ ਐਗਰੀਮੈਂਟ ਹੀ ਨਹੀਂ ਹੈਗਾ, ਤੇ ਇਹਨਾਂ ਦੇ ਆਪਣੇ ਚੀਫ ਸਪੋਕਸਪਰਸਨ ਹੀ ਏਦਾਂ ਦੀ ਝੂਠੀਆਂ ਸਟੇਟਮੈਂਟਾਂ ਦਿੰਦੇ ਨੇ, ਤੇ ਸਾਫ਼ ਸਮਝ ਲੋਕਾਂ ਨੂੰ ਸਮਝ ਲੱਗਦੀ ਹੈ ਕਿ ਜਿਸ ਤਰ੍ਹਾਂ
ਇਹਨਾਂ ਨੇ ਕਿਹਾ ਸੀਗਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿ ਅਸੀਂ ਇੰਨਾ ਮੁਨਾਫਾ ਕਮਾਵਾਂਗੇ। ਮੇਰੇ ਖਿਆਲ ਦੇ ਵਿੱਚ ਜਿੰਨੀਆਂ ਵਾਰੀ ਵੀ ਇਹਨਾਂ ਨੇ ਕੋਈ ਪਾਲਿਸੀਜ਼ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਈਗੋ ਆਪਣੀ ਹਰਟ ਨਾ ਹੋਣ ਕਰਕੇ ਏਦਾਂ ਦੇ ਸਟੈਪ ਚੁੱਕੇ ਕਿ ਇਹਨਾਂ ਨੇ ਖਤਮ ਹੀ ਕਰ ਦਿੱਤਾ ਪੰਜਾਬ ਦੇ ਵਿੱਚ ਰੋਜ਼ਗਾਰ। ਤੇ ਹੁਣ ਵਿਜੀਲੈਂਸ ਕਿੱਥੇ ਬੈਠੀ ਹੈ? ਜਦੋਂ ਇਹ 7 ਰੁਪਏ ਪ੍ਰਤੀ ਫੁੱਟ ਜਿਹੜਾ ਸੀਗਾ ਇੱਥੇ ਲਾਇਲਟੀ ਚਾਰਜ ਕਰ ਰਹੀ ਸੀ ਬਾਹਰਲੀ ਸਟੇਟਾਂ ਤੋਂ ਆਉਣ ਵਾਲੇ ਸਟਾਕ ਦੇ ਉੱਪਰ, ਉਦੋਂ ਵਿਜੀਲੈਂਸ ਕੀ ਕਰ ਰਹੀ ਸੀ? ਉਦੋਂ ਇਹ ਮਾਫੀਆ ਦੇ ਤੌਰ ਤੇ, ਇਹ ਪਹਿਲੀ ਸਰਕਾਰ ਹੈ ਹਿਸਟਰੀ 'ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਸਰਕਾਰ ਨੂੰ ਫਟਕਾਰ ਲੱਗਦੀ ਹੈ ਮਾਨਯੋਗ ਹਾਈ ਕੋਰਟ ਵੱਲੋਂ ਔਰ ਖੁਦ ਮਾਫੀਆ ਬਣ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਮੈਂ ਪਹਿਲੇ ਸੁਣਿਆ ਕਿ ਮਾਫੀਆ ਜ਼ਰੂਰ ਇਹਨਾਂ ਚੀਜ਼ਾਂ 'ਚ ਇਨਵੋਲਵ ਹੁੰਦੇ ਨੇ, ਪਰ ਸਰਕਾਰ ਨੂੰ ਕਦੇ ਮਾਫੀਆ ਬਣਦੇ ਨਹੀਂ ਦੇਖਿਆ। ਔਰ ਇੱਥੇ ਵਿਜੀਲੈਂਸ ਕਿੱਥੇ ਚਲੀ ਗਈ? ਸਾਨੂੰ ਆਮ ਲੋਕਾਂ ਨੂੰ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਆ ਇਹਨਾਂ ਦੇ ਸਬੂਤ ਪੇਸ਼ ਕਰਨੇ ਪੈਂਦੇ, ਫਿਰ ਜਾ ਕੇ ਇਨਸਾਫ ਮਿਲਦਾ। ਤੇ ਵਿਜੀਲੈਂਸ ਇਹਨਾਂ ਦੇ ਕੰਮ 'ਚ ਸਾਰੇ ਪਾਸੇ ਸੁੱਤੀ ਪਈ ਹੈ। ਤੇ ਕੋਈ ਗੱਲ ਨਹੀਂ, ਜਿੰਨਾ ਟਾਈਮ ਇਹਨਾਂ ਦਾ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਮੈਂਡੇਟ ਦਿੱਤਾ, 3 ਮਹੀਨਿਆਂ ਦੇ ਵਿੱਚ ਹੀ ਵੈਸੇ ਇਹਨਾਂ ਨੂੰ ਇਹਨਾਂ ਦੀ ਅਸਲੀਅਤ ਦੱਸ ਦਿੱਤੀ ਸੀ ਪੰਜਾਬ ਨੇ, ਬਟ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਮਝ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਨਹੀਂ ਕਦੀ ਦੁਬਾਰਾ ਆਉਂਦੀ, ਜ਼ਿੰਦਗੀ 'ਚ ਨਹੀਂ ਆ ਸਕਦੀ, ਕਿਉਂਕਿ ਕਿਸੇ ਵੀ ਮਿਨਿਸਟਰ ਔਰ ਕਿਸੇ ਵੀ ਐਮਐਲਏ ਕੋ ਕੋਈ ਵੀ ਐਕਸਪੀਰੀਅੰਸ ਹੀ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਐਡਮਿਨਿਸਟ੍ਰੇਸ਼ਨ ਕਿੱਦਾਂ ਸੰਭਾਲਣੀ ਹੈ। ਔਰ ਜਿਹੜੇ ਇਹਨਾਂ ਦੇ ਇੱਕ ਅੱਧਾ ਜਿਹੜੇ ਐਮਐਲਏ ਸੀਗੇ, ਮੈਂ ਕੁੰਵਰ ਪ੍ਰਤਾਪ ਵਿਜੇ ਜੀ ਦੀ ਗੱਲ ਕਰਾਂਗੀ, ਉਹ ਪੜ੍ਹੇ ਲਿਖੇ ਇੱਕ ਆਈਪੀਐਸ ਆਫੀਸਰ ਨੇ, ਉਹ ਬਰਗਾੜੀ ਕਾਂਡ ਮਾਮਲੇ ਦੇ ਉੱਤੇ ਕੁਝ ਕੰਮ ਕਰਨਾ ਚਾਹੁੰਦੇ ਨੇ, ਪਰ ਇਹਨਾਂ ਦੀ ਸਰਕਾਰ ਜਿਹੜੀ ਹੈ ਉਹਨਾਂ ਨੂੰ ਕੰਮ ਹੀ ਨਹੀਂ ਕਰਨ ਦੇ ਰਹੀ। ਉਹਨਾਂ ਕੋਲ ਸਾਰੇ ਪ੍ਰੂਫ ਨੇ, ਸਾਰੀ ਉਹਨਾਂ ਦੀ ਚਾਰਜ ਸ਼ੀਟ ਫਾਈਲ ਜਿਹੜੀ ਉਹਨਾਂ ਨੇ ਕੀਤੀ ਸੀ, ਸਭ ਕੁਝ ਉਹਨਾਂ ਕੋਲ ਹੈਗਾ, ਪਰ ਉਹਨਾਂ ਨੂੰ ਕਰਨ ਦਿੱਤਾ ਨਹੀਂ ਜਾ ਰਿਹਾ। ਅਰਵਿੰਦ ਕੇਜਰੀਵਾਲ ਜੀ ਆਉਂਦੇ ਸੀ ਟਪਕ ਟਪਕ ਕੇ, ਇੱਥੋਂ ਦੀ ਆਉਂਦੇ ਸੀਗੇ 에ਅਰਪੋਰਟ ਦੇ ਉੱਤੋਂ, ਤੇ ਆਂਦੇ ਹੀ ਬਿਆਨ ਦਿੰਦੇ ਸੀਗੇ ਮੀਡੀਆ ਨੂੰ ਕਿ ਮੈਂ ਤਾਂ ਵਿਦਿਨ 2 ਹਫ਼ਤੇ ਦੇ ਅੰਦਰ ਬਰਗਾੜੀ ਕਾਂਡ ਮਾਮਲੇ ਦੇ ਵਿੱਚ ਇਨਸਾਫ ਦੇ ਦਿਆਂ। ਤੇ ਇਹਨਾਂ ਦੀ ਅਨਮੋਲ ਗਗਨ ਮਾਨ ਕਹਿੰਦੀ ਸੀ ਚੁਟਕੀਆਂ ਮਾਰ ਮਾਰ ਕੇ ਇਸ ਤਰ੍ਹਾਂ ਅਸੀਂ ਤਾਂ 5 ਮਿੰਟਾਂ 'ਚ ਐਮਐਸਪੀ ਦੇ ਦਈਏ। ਅਰੇ ਕੀ ਕਰਨਾ ਇਹਨਾਂ ਨੇ? ਇਹ ਤਾਂ ਜੀ ਸਰ ਕਹਿਣ ਵਾਲਿਆਂ ਨੂੰ ਅੱਗੇ ਲਿਆਉਂਦੇ ਨੇ, ਔਰ ਜਿਹੜੇ ਇਹਨਾਂ ਦੇ ਗੁਲਾਮ ਬਣ ਕੇ ਰਹਿਣਗੇ ਉਹ ਪਾਰਟੀ ਦੇ ਵਿੱਚ ਰਹਿਣਗੇ। ਇਸ ਲਈ ਮੋਜਾ ਸਿੰਘ ਸਰਾੜੀ ਇਹਨਾਂ ਦੇ ਬਹੁਤ ਤਗੜੇ ਗੁਲਾਮ ਨੇ, ਔਰ ਇਹੋ ਜਿਹਾ ਗੁਲਾਮ ਹੋਰ ਕਿਤੇ ਲੱਭਣਾ ਨਹੀਂ, ਇਸ ਕਰਕੇ ਉਹਨਾਂ ਨੂੰ ਮੰਤਰੀ ਪਦ ਤੋਂ ਉਤਾਰਦੇ ਨੇ। ਉਹਨਾਂ ਦੀ ਜਗ੍ਹਾ ਬਿਠਾਣਾ ਕਿਹਨੂੰ ਹੈ? ਔਰ ਜੇ ਕਿਸੇ ਹੋਰ ਨੂੰ ਬਿਠਾ ਦਿੱਤਾ ਤੇ ਸਾਡੇ ਕਿਤੇ ਰਾਜ਼ ਨਾ ਖੋਲ ਦੇ, ਤੇ ਸ਼ਰਮਿੰਦਗੀ ਤੇ ਹਰ ਪਾਸੋਂ ਹੀ ਇਹਨਾਂ ਨੂੰ, ਆਪਣੇ ਤੇ ਨਹੀਂ ਕਰਨਾ, ਦੂਸਰਿਆਂ ਤੇ ਜਿੰਨਾ ਮਰਜ਼ੀ ਕਰੋ। ਪੁਰਾਣੀਆਂ ਸਰਕਾਰਾਂ ਤੇ ਨਾ ਭਾਂਡੇ ਫੋੜਨ ਨੇ। ਜੀ ਜਿਹੜੇ ਆਰੋਪ ਤੁਸੀਂ ਲਗਾ ਰਹੇ ਹੋ ਨਾ ਆਮ ਆਦਮੀ ਪਾਰਟੀ ਤੇ, ਇਹੀ ਆਰੋਪ ਬਠਾਰੂ ਸਾਹਿਬ ਤੁਹਾਡੀ ਪਾਰਟੀ ਤੇ ਲਗਾ ਰਹੇ ਆ। ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ ਮਜੀਠੀਆ ਸਾਹਿਬ ਨੂੰ ਫੜ ਕੇ ਅੰਦਰ ਕੀਤਾ ਸਿਰਫ ਵੋਟਾਂ ਦੇ ਵੇਲੇ, ਸਿਰਫ ਵੋਟਾਂ ਦੇ ਲਈ। ਦੇਖੋ ਮੇਰੀ ਗੱਲ ਸੁਣੋ, ਸਾਡੀ ਪੰਜਾਬ ਦੇ ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਜੀ ਨਾਲ ਜਦੋਂ ਕੰਮ ਕੀਤਾ, ਸਾਰੇ ਮਿਨਿਸਟਰਸ ਨੇ ਕਿਹਾ ਕਿ ਜਦੋਂ ਸਾਡੇ ਉੱਪਰ ਜਿਹੜੇ ਚੀਫ ਬੈਠੇ ਨੇ, ਅਗਰ ਉਹੀ ਸਾਨੂੰ ਕਿਸੇ ਚੀਜ਼ ਤੇ ਇੰਪਲੀਮੈਂਟੇਸ਼ਨ ਨਹੀਂ ਕਰਨ ਦੇਣਗੇ ਤੇ ਅਸੀਂ ਕਿਸ ਤਰੀਕੇ ਨਾਲ ਕੋਈ ਸਟੈਪ ਲਈਏ। ਸਾਡੀ ਸਰਕਾਰ ਨੇ ਜਾਂ ਸਾਡੀ ਪਾਰਟੀ ਨੇ ਜੋ ਭੁਗਤਿਆ ਉਹ ਤੇ ਅਸੀਂ ਭੁਗਤ ਹੀ ਲਿਆ, ਇਸੇ ਲਈ 78 ਤੋਂ ਅਸੀਂ 18 ਤੇ ਆ ਕੇ ਰੁਕ ਗਏ। ਉਹਨਾਂ ਦੀਆਂ ਗਲਤੀਆਂ ਦੇ ਨਾਲ ਸਾਡੇ ਵਰਕਰ ਕੋਈ ਕੰਮ ਨਹੀਂ ਕਰ ਪਾਇਆ ਤੇ ਅਸੀਂ ਤੇ ਭੁਗਤ ਹੀ ਰਹੇ ਹਾਂ, ਅਸੀਂ ਤੇ ਮੰਨ ਹੀ ਰਹੇ ਹਾਂ ਕਿ ਜੋ ਸਾਡੇ ਨਾਲ ਹੋਇਆ ਦੁਬਾਰਾ ਕਦੀ ਨਾ ਹੋਏ। ਔਰ ਸ਼ੁਕਰ ਹੈ ਕਿ ਸਾਡੀ ਪਾਰਟੀ ਚੋਂ ਨਿਕਲ ਕੇ ਬੀਜੇਪੀ ਦੇ ਵਿੱਚ ਜੇ ਸ਼ਾਮਿਲ ਹੋ ਗਏ ਨੇ। ਔਰ ਜਦੋਂ ਉਹਨਾਂ ਨੇ ਬੀਜੇਪੀ ਦੇ ਵਿੱਚ ਆਪਣੀ ਜੋ ਕੀਤੀ ਸੀਗੀ ਤੇ ਕਿਹੜੇ ਬੰਦੇ ਨਾਲ ਲੈ ਕੇ ਗਏ ਸੀਗੇ? ਕਹਿੰਦੇ ਸੀ ਮੈਂ 20 ਤੋਂ 25 ਐਮਐਲਏ ਲੈ ਕੇ ਆਵਾਂਗਾ, ਔਰ ਮੇਰੇ ਖਿਆਲ ਦੇ ਵਿੱਚ ਉਹ ਬੰਦੇ ਲੈ ਕੇ ਗਏ ਨਾਲ ਆਪਣੇ ਨਾਲ ਜੁਆਇਨਿੰਗ ਕਰਾਉਣ ਵਾਸਤੇ, ਜਿਹੜੇ ਗੂਗਲ ਕਰਨ ਦੇ ਨਾਲ ਵੀ ਨਹੀਂ ਲੱਭੇ ਮੈਨੂੰ ਇਹ ਹੈ ਕੌਣ ਨੇ। ਮੈਂ ਤਾਂ ਸ਼ਾਇਦ ਲੇਟ ਆਈ ਹਾਂ ਪਾਰਟੀ ਦੇ ਵਿੱਚ, ਬਟ ਪਤਾ ਤੇ ਲੱਗੇ ਹੈ ਕੌਣ ਨੇ, ਕੌਣ ਗਿਆ, ਮੈਨੂੰ ਤਾਂ ਵੀ ਨਹੀਂ ਲੱਭੇ ਉਹ ਕਿ ਕਿਹੜੇ ਬੰਦੇ ਉਹਨਾਂ ਦੇ ਨਾਲ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉੱਥੇ ਗਏ ਨੇ। ਸੋ ਜੋ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਜਦੋਂ ਚੰਨੀ ਸਰਕਾਰ ਆਈ ਹੈ, ਜਿਸ ਵੇਲੇ ਸਾਡੇ ਸੀਐਮ ਦਾ ਫੇਸ ਬਦਲਿਆ ਗਿਆ, ਮੇਰੇ ਖਿਆਲ ਦੇ ਵਿੱਚ ਬਹੁਤ ਅੱਛੇ ਕੰਮ ਕੀਤੇ ਸਾਡੀ ਪਾਰਟੀ ਨੇ। ਚਾਹੇ ਰੇਤਾ ਨੂੰ ਲੈ ਕੇ ਅੱਜ 5 ਰੁਪਏ ਰੇਤਾ ਕੀਤਾ ਸੀਗਾ ਉਹਨਾਂ ਨੇ, ਚੰਨੀ ਸਾਹਿਬ ਨੇ, ਅੱਜ ਤੱਕ ਨਹੀਂ ਪੰਜਾਬ ਕੋਲੋਂ 5 ਰੁਪਏ ਹੋ ਰਿਹਾ, ਨਾ ਕਿਸੇ ਹੋਰ ਸਰਕਾਰ 'ਚ ਹੋਇਆ। ਬਿਜਲੀ ਦੇ ਰੇਟ ਘੱਟ ਕੀਤੇ, ਜਿਹੜੇ ਕਿ ਆਮ ਲੋਕ ਕਹਿੰਦੇ ਸੀਗੇ ਕਿ ਸਾਨੂੰ ਫ੍ਰੀ ਦੇ ਨਹੀਂ ਕੁਝ ਚਾਹੀਦਾ, ਸਾਨੂੰ ਰੇਟ ਘੱਟ ਕਰਕੇ ਰੋਜ਼ਗਾਰ ਦਿਓ। ਪੁਰਾਣੇ ਰੋਜ਼ਗਾਰ ਅਸੀਂ ਜਿਹੜੀਆਂ ਇਨੀਸ਼ੀਏਟ ਕੀਤੀਆਂ ਸੀਗੀਆਂ, ਅੱਜ ਉਹਨਾਂ ਨੂੰ ਹੱਥਾਂ ਦੇ ਵਿੱਚ ਲੈਟਰ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਫੜਾ ਰਹੀ ਹੈ। ਇਹ ਸਾਡੇ ਸਾਰੇ ਇਨੀਸ਼ੀਏਟਿਵ ਸਾਡੇ ਹੀ ਨਹੀਂ, ਸਾਡੀ ਪਾਰਟੀ ਦੇ। ਔਰ ਇੱਕ ਗੱਲ ਹੋਰ, ਪੰਜਾਬ ਦੇ ਵਿੱਚ ਜਿੰਨੀ ਮਾਈਨਿੰਗ ਹੋਈ ਉਹ ਸਾਰੀਆਂ ਦੀ ਸਾਰੀਆਂ ਡੀਐਸਆਰ ਦੀਆਂ ਰਿਪੋਰਟਸ ਕਾਂਗਰਸ ਨੇ ਡਿਪੋਜ਼ਿਟ ਕਰਵਾਈਆਂ ਸੀਗੀਆਂ, ਔਰ ਉਹਨਾਂ ਦੇ ਸਿਰ ਦੇ ਉੱਤੇ ਹੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ, ਜਿਹੜੀ ਛੋਟੀ ਮੋਟੀ ਮਾਈਨਿੰਗ ਕਰ ਪਾ ਰਹੀ ਹੈ, ਸਾਡੇ ਬਲਬੂਤੇ ਤੇ ਹੈ। ਔਰ ਕਹਿਣ ਤੋਂ ਪਛਤਾ ਰਹੀ ਹੈ, ਕਹਿਣ ਤੋਂ ਇਤਰਾ ਰਹੀ ਹੈ ਕਿ ਨਹੀਂ, ਇਹ ਨਹੀਂ ਕਹਿ ਸਕਦੇ ਕਿ ਕਾਂਗਰਸ ਦੇ ਦੇਣ ਕਰਕੇ ਅਸੀਂ ਥੋੜਾ ਬਹੁਤ ਕੰਮ ਕਰ ਪਾ ਰਹੇ ਹਾਂ, ਇਹ ਕਾਂਗਰਸ ਦੀ ਦੇਣ ਹੈ। ਔਰ ਜੇ ਏਦਾਂ ਦੀਆਂ ਹਰਕਤਾਂ ਇਹ ਕਰਨਗੇ, ਮੇਰੇ ਖਿਆਲ 'ਚ ਬਹੁਤ ਮਾੜੀ ਗੱਲ ਹੈ। ਅੱਜ ਜੋ ਇੱਥੇ ਹੁੰਦੇ ਆ ਆਮ ਆਦਮੀ ਪਾਰਟੀ ਦੇ ਪ੍ਰਵਕਤਾ, ਸ਼ਾਇਦ ਮੈਂ ਉਹਨਾਂ ਨੂੰ ਠੋਕ ਕੇ ਸਵਾਲ ਪੁੱਛਦੀ ਤਾਂ ਉਹਨਾਂ ਕੋਲ ਜਵਾਬ ਕੋਈ ਨਹੀਂ ਸੀ ਹੋਣਾ। ਜੀ
ਅਮਿਤ ਅਰੋੜਾ ਜੀ, ਗੱਲ ਜਦੋਂ ਵੀ ਹੁੰਦੀ ਆ ਕਾਂਗਰਸ ਦੀ ਸਰਕਾਰ ਦੀ ਪਿਛਲੇ 5 ਸਾਲਾਂ ਦੀ, ਤਾਂ ਉਹ ਕਹਿੰਦੇ ਆ ਕਿ ਜੀ 4.5 ਸਾਲ ਸਾਡੇ ਮੁੱਖ ਮੰਤਰੀ ਜਿਹੜੇ ਰਹੇ ਸੀ ਉਹਨਾਂ ਨੇ ਕੁਝ ਨਹੀਂ ਕੀਤਾ, ਨਾ ਕੋਈ ਕੰਮ ਕਰਨ ਦਿੱਤਾ। ਤੇ ਉਹ ਮੁੱਖ ਮੰਤਰੀ ਅੱਜ ਤੁਹਾਡੀ ਪਾਰਟੀ 'ਚ ਨੇ, ਉਹ ਬੀਜੇਪੀ 'ਚ ਰਲ ਚੁੱਕੇ ਨੇ। ਤੇ ਕੀ ਲੱਗਦਾ ਵੀ ਜਿਹੜਾ ਆਰੋਪ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਲੱਗਦਾ ਹੈ, ਤੇ ਉਹਦੇ ਬਾਵਜੂਦ ਉਹ ਤੁਹਾਡੀ ਪਾਰਟੀ ਦੇ ਵਿੱਚ ਹੈ, ਉਹ ਵਧੀਆ ਅਹੁਦੇ ਤੇ ਨੇ, ਤੁਸੀਂ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਰਲ ਕੇ ਚੋਣਾਂ ਲੜੀਆਂ ਤੁਸੀਂ, ਤੇ ਕੀ ਦੇਖੋ ਲੱਗਦਾ ਵੀ ਉਹ ਕਿਤੇ ਕਮਜ਼ੋਰ ਤਾਂ ਨਹੀਂ ਹੋ ਰਹੀ ਇਹ ਦੇਖੋ ਬੀਜੇਪੀ? ਅਮਨਦੀਪ ਜੀ ਇਸ ਤਰ੍ਹਾਂ ਜੀ ਕਿ ਇਹ ਪ੍ਰਸ਼ਨ ਜਿਹੜਾ ਵਾ ਮੈਨੂੰ ਪੁੱਛਣ ਦੀ ਬਜਾਏ ਉਸ ਸਾਰੇ ਮੀਡੀਆ ਨੂੰ ਪੁੱਛਣਾ ਚਾਹੀਦਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ 4.5 ਸਾਲ ਦੀ ਕਾਰਗੁਜ਼ਾਰੀ ਨੂੰ ਬੜਾ ਮਜ਼ਬੂਤ ਦੱਸਦੇ ਹੋਏ ਕਾਂਗਰਸ ਦੀ ਸਰਕਾਰ ਨੂੰ ਰਿਪੀਟ ਕਰਨ ਦਾ ਓਪੀਨੀਅਨ ਪੋਲ ਦੇ ਰਿਹਾ ਸੀ। ਇਹ ਸਾਰੇ ਮੀਡੀਆ ਨੂੰ ਇਹ ਪੁੱਛਣਾ ਚਾਹੀਦਾ ਹੈ ਪ੍ਰਸ਼ਨ। ਜੀ ਦੂਸਰੀ ਗੱਲ ਜਿਹੜੀ ਇਹ ਹੈ ਕਿ ਇਹ ਚੰਨੀ ਸਰਕਾਰ ਦੇ 6 ਮਹੀਨਿਆਂ ਦੀ ਗੱਲ ਕਰ ਰਿਹਾ ਹੈ ਮੈਡਮ ਟੀਨਾ ਚੌਧਰੀ ਜੀ, ਪਰ ਤੁਸੀਂ ਦੇਖੋਗੇ ਉਹਨਾਂ ਦੇ ਭਾਂਜੇ ਨੇ ਭਾਂਜੇ ਦੇ ਘਰੋਂ ਮਾਈਨਿੰਗ ਦਾ ਜਿਹੜਾ 10 ਕਰੋੜ ਰੁਪਈਆ ਨਿਕਲਿਆ, ਜੀ ਕੀ ਉਹਦੀ ਤੁਸੀਂ ਈਡੀ ਤੇ ਵੀ ਪ੍ਰਸ਼ਨ ਚਿੰਨ੍ਹ ਲਗਾਇਆ, ਕੀ ਉਹਦੀ ਜਾਂਚ ਨਹੀਂ ਸੀ ਹੋਣੀ ਚਾਹੀਦੀ, ਕੀ ਉਹਦੇ ਤੇ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ? ਸੋ ਗੱਲ ਇਹ ਹੈ ਕਿ ਪਾਕ ਸਾਫ ਜੇ ਕਹਿੰਦੇ ਨਾ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਤੇ ਪਾਕ ਸਾਫ ਚੰਨੀ ਸਰਕਾਰ ਵੀ ਨਹੀਂ, ਤਾਂ ਹੀ ਉਹ ਚੰਨੀ ਸਾਹਿਬ ਨੂੰ ਦੋਨੇ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸੋ ਦੂਸਰੀ ਗੱਲ ਜਿਹੜੀ ਇਹ ਹੈ ਕਿ ਬੜੇ ਵੱਡੇ ਵਿਗਿਆਪਨ ਜਿਹੜੇ ਆ ਰਹੇ ਆ ਮੁੱਖ ਮੰਤਰੀ ਮਾਨ ਸਾਹਿਬ ਦੇ ਰਹੇ ਆ, 7 ਸਾਲ ਬਨਾਮ 70 ਸਾਲ, ਤੇ 70 ਸਾਲ ਤਾਂ ਮਾਨ ਸਾਹਿਬ ਦੀ ਤਾਂ ਉਮਰ ਹੀ ਨਹੀਂ ਹੈਗੀ, 70 ਸਾਲ ਦਾ ਨਾਲ ਕਿਸ ਤਰ੍ਹਾਂ ਮੁਕਾਬਲਾ ਕਰ ਰਹੇ ਆ? ਬਿਲਕੁਲ ਵੈਸੇ ਉਹਨਾਂ ਦੀ ਗੱਲ ਠੀਕ ਹੈ ਕਿ 7 ਮਹੀਨਿਆਂ ਦੇ ਵਿੱਚ ਉਹ ਕੰਮ ਹੋ ਗਿਆ ਜਿਹੜਾ 70 ਸਾਲ 'ਚ ਨਹੀਂ ਹੋਇਆ। ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਨੂੰ ਸ਼ਰਾਬੀ ਹਾਲਤ ਦੇ ਵਿੱਚ ਕਿਸੇ ਇੰਟਰਨੈਸ਼ਨਲ 에ਅਰਪੋਰਟ ਤੋਂ ਕਰੂ ਮੈਂਬਰਸ ਨੇ ਧਰੂ ਕੇ ਬਾਹਰ ਮਾਰਿਆ ਕਿ ਜੀ ਤੁਹਾਨੂੰ ਇਸ ਹਾਲਤ ਦੇ ਵਿੱਚ ਅਸੀਂ ਲਿਜਾ ਨਹੀਂ ਸਕਦੇ। ਜਰਮਨੀ ਦੇ ਫਰੈਂਕਫਰਟ ਔਰ ਅੰਤਰਰਾਸ਼ਟਰੀ ਸਤਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਜਲਾਲਤ ਹੋਈ, ਪੰਜਾਬੀਆਂ ਦਾ ਸਿਰ ਨੀਵਾਂ ਹੋਇਆ, ਇਹ ਕਦੀ 70 ਸਾਲ ਦੇ ਵਿੱਚ ਨਹੀਂ ਹੋਇਆ। ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਦੀਵਾਲੀ ਦੇ ਦਿਹਾੜੇ ਦੇ ਬੇਰੁਜ਼ਗਾਰ ਅਧਿਆਪਕਾਂ ਨੇ ਆਪਣੇ ਖੂਨ ਦੇ ਨਾਲ ਦੀਵੇ ਜਿਹੜੇ ਆ ਉਹ ਜਲਾਏ ਸੀ। ਇਹ ਪਹਿਲੀ ਵਾਰੀ, ਇਹ 70 ਸਾਲ 'ਚ ਕਦੀ ਨਹੀਂ ਹੋਇਆ ਜੀ, ਇਹ ਪਹਿਲੀ ਵਾਰੀ ਹੁਣ 7 ਮਹੀਨਿਆਂ ਦੇ ਵਿੱਚ ਹੋਇਆ। ਔਰ ਕਦੀ ਇਹ 70 ਸਾਲਾਂ ਦੇ ਵਿੱਚ ਨਹੀਂ ਹੋਇਆ ਕਿ ਬੇਰੁਜ਼ਗਾਰ ਜਿਹੜੇ ਆ ਟੈਂਕੀਆਂ ਤੇ ਜਿਹੜੇ, ਇਹ ਪਹਿਲੀ ਵਾਰੀ ਹੋਇਆ 7 ਮਹੀਨਿਆਂ ਦੇ ਵਿੱਚ ਕਿ ਵਾਅਦਾ ਕਰਕੇ ਕੇਜਰੀਵਾਲ ਨੇ ਮੁੜ ਕੇ ਉਹਨਾਂ ਦੀ ਵਾਹ ਨਹੀਂ ਲਾਈ ਤੇ ਫਿਰ ਮੁੜ ਕੇ ਦੁਬਾਰਾ ਜਿਹੜੇ ਆ ਉਹ ਟੈਂਕੀਆਂ ਤੇ ਚੜੇ ਬੇਰੁਜ਼ਗਾਰ ਅਧਿਆਪਕ। ਸੋ ਪਹਿਲੀ ਵਾਰੀ ਹੋਇਆ ਕਿ ਸਰਕਾਰ ਦਾ ਮੰਤਰੀ, ਉਹਦੀ ਆਡੀਓ ਵਾਇਰਲ ਹੋ ਰਹੀ ਹੈ ਔਰ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਸਰਕਾਰ ਨੇ। ਇਹ ਵੀ ਕਦੇ 70 ਸਾਲ 'ਚ ਨਹੀਂ ਹੋਇਆ, ਪਹਿਲੀ ਵਾਰੀ ਹੋਇਆ। ਚਲੋ 70 ਸਾਲ 'ਚ ਕੀ ਹੋਇਆ ਤੇ ਪਹਿਲੀ ਵਾਰੀ ਕੀ ਹੋਇਆ ਇਹ ਤਾਂ ਜਨਤਾ ਡਿਸਾਈਡ ਕਰੂਗੀ। ਸਰਕਾਰ ਦਾਵਾ ਕਰੂਗੀ, ਓਪੋਜੀਸ਼ਨ ਨੇ ਸਵਾਲ ਚੱਕਣੇ ਆ, ਪਰ ਜਿਵੇਂ 70 ਸਾਲ ਦੀ ਬ੍ਰਾਂਡਿੰਗ ਇੱਥੇ ਪੰਜਾਬ ਦੇ ਵਿੱਚ 70 ਸਾਲਾਂ 'ਚ ਕਿਸੇ ਮੁੱਖ ਮੰਤਰੀ ਨੂੰ ਕਿਸੇ ਵਿਮਾਨ ਤੋਂ ਲਾਇਆ ਗਿਆ ਹੋਵੇ ਅੰਤਰਰਾਸ਼ਟਰੀ ਸਤਰ ਤੇ, ਤੁਸੀਂ ਮੈਨੂੰ ਦੱਸੋ ਜੀ, ਜੇ ਕੋਈ ਤੁਹਾਨੂੰ ਯਾਦ ਹੋਵੇ ਤਾਂ। ਨਹੀਂ, ਬਿਲਕੁਲ ਨਹੀਂ, ਇਹੋ ਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ। 70 ਸਾਲਾਂ ਔਰ 70 ਸਾਲ ਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਕਦੀ ਇਹਨਾਂ ਦੀ ਫਟਕਾਰ ਵੀ ਨਹੀਂ ਲੱਗੀ ਜੀ, ਜਿੱਦਾਂ ਦੀਆਂ ਇਹਨਾਂ ਨੂੰ ਲੱਗਦੀ। 70 ਸਾਲਾਂ ਦੇ ਵਿੱਚ ਕਿਸੇ ਮੁੱਖ ਮੰਤਰੀ ਨੇ ਜਾ ਕੇ ਨਹੀਂ ਕਿਹਾ ਕਿ BMW ਦਾ ਜਿਹੜਾ ਵਾ ਉਹ ਪਲਾਂਟ ਲੱਗੇਗਾ ਪੰਜਾਬ 'ਚ। ਝੂਠ ਨਹੀਂ ਕਦੀ ਬੋਲਿਆ ਕਿਸੇ ਮੁੱਖ ਮੰਤਰੀ ਨੇ ਜੀ। ਇਹ ਵੀ ਕੰਮ ਕਦੀ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਪਹਿਲੀ ਵਾਰੀ ਹੋਇਆ ਜੀ। ਬਿਲਕੁਲ। ਔਰ 70 ਸਾਲ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਕਦੀ ਇਹ ਵੀ ਨਹੀਂ ਕਿਹਾ, ਐਬਰੇਸ਼ਨ ਵਰਡ ਯੂਜ਼ ਕੀਤਾ ਗਿਆ, ਆਰਡਰ 'ਚ ਪੜ੍ਹ ਲਿਓ ਜਿਹੜੇ ਰੀਸੈਂਟ 50,000 ਦਾ ਜੁਰਮਾਨਾ। ਐਬਰੇਸ਼ਨ ਵਰਡ ਦਾ ਮਤਲਬ ਹੈਗਾ ਕਿ ਪੰਜਾਬ ਸਰਕਾਰ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ। ਏਦਾਂ ਦੇ ਵਰਡ ਵੀ ਕਦੀ ਸੁਣਨ ਨੂੰ ਨਹੀਂ ਮਿਲੇ। ਅੱਛਾ, 70 ਸਾਲ 'ਚ ਪੰਜਾਬ ਦਾ ਕੀ ਹੋਇਆ, ਸਰਕਾਰਾਂ ਨੇ ਕੀ ਕੀਤਾ ਤੇ ਪੋਲੀਟੀਕਲ ਪਾਰਟੀਆਂ ਨੇ ਕੀ ਕੀਤਾ, ਇਹ ਤਾਂ ਅਸੀਂ ਦੇਖਦੇ ਹੀ ਹਾਂ। ਪਰ 70 ਸਾਲਾਂ 'ਚ ਇੱਕ ਚੀਜ਼ ਜ਼ਰੂਰ ਹੋਈ ਹੈ ਕਿ ਪੰਜਾਬ ਦੇ ਲੋਕ ਉੱਥੇ ਦੇ ਉੱਥੇ ਰਹੇ। ਪੰਜਾਬ ਦੇ ਲੋਕਾਂ 'ਚ
ਜੋ ਤਰੱਕੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਉਹਦੇ ਲਈ ਕੋਈ ਵੀ ਸਰਕਾਰ ਜ਼ਿੰਮੇਦਾਰ ਹੈ, ਜ਼ਿੰਮੇਦਾਰ ਸਾਰੀਆਂ ਸਰਕਾਰਾਂ ਹੈਗੀਆਂ, ਸਾਰੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ। ਤੇ ਮਠਾਰੂ ਸਾਹਿਬ, ਜਿਵੇਂ ਆਪਾਂ ਹੁਣੇ ਗੱਲਬਾਤ ਕੀਤੀ ਸੀ, ਉਹ ਸਵਾਲ ਮੈਂ ਤੁਹਾਡੇ ਤੋਂ ਵੀ ਪੁੱਛੂੰਗਾ ਕਿ ਕਿੰਨਾ ਖਤਰਾ ਬਣਦਾ ਹੈ ਜਦੋਂ ਅਸੀਂ ਇੰਸਟੀਟਿਊਸ਼ਨਸ ਤੇ ਵੀ ਸਵਾਲ ਚੱਕਦੇ ਹਾਂ, ਜਦੋਂ ਉਹਦੇ ਤੇ ਵੀ ਲੋਕਾਂ ਨੂੰ ਵਿਸ਼ਵਾਸ ਨਹੀਂ ਰਹਿੰਦਾ। ਵੀ ਇੱਕ ਤਾਂ ਭ੍ਰਿਸ਼ਟਾਚਾਰ ਸਰਕਾਰਾਂ ਦੇ ਵਿੱਚ, ਸਰਕਾਰੀ ਕੰਮਕਾਜ ਦੇ ਵਿੱਚ, ਸਰਕਾਰੀ ਦਫ਼ਤਰਾਂ ਦੇ ਵਿੱਚ, ਉੱਥੇ ਤਾਂ ਅਸੀਂ ਸਮਝਦੇ ਹਾਂ ਕਿ ਭ੍ਰਿਸ਼ਟਾਚਾਰ ਹੈ, ਪਰ ਜਿਨ੍ਹਾਂ ਤੋਂ ਉਮੀਦ ਹੈ ਕਿ ਇਹ ਸਾਨੂੰ ਨਿਆਂ ਦਿਵਾਉਣਗੇ, ਵੀ ਈਡੀ ਸਾਨੂੰ ਨਿਆਂ ਦਿਵਾਊਗੀ, ਵਿਜੀਲੈਂਸ ਬਿਊਰੋ ਸਾਨੂੰ ਨਿਆਂ ਦਿਵਾਊਗਾ, ਜੇ ਉਹਨਾਂ ਤੇ ਵੀ ਭ੍ਰਿਸ਼ਟਾਚਾਰ ਦੇ ਹੀ ਆਰੋਪ ਲੱਗਦੇ ਇੱਕ ਤਰੀਕੇ ਦੇ, ਜੇ ਅਸੀਂ ਕਹਿੰਦੇ ਕਿ ਉਹ ਸਰਕਾਰ ਦੇ ਤਰੀਕੇ ਨਾਲ ਕੰਮ ਕਰ ਰਹੇ ਆ, ਤੇ ਫਿਰ ਕਿੱਥੋਂ ਲੋਕ ਉਮੀਦ ਕਰਨ? ਦੇਖੋ, ਮੈਂ ਅਮਨਦੀਪ ਜੀ ਇੱਕ ਗੱਲ ਕਲੀਅਰ ਕਰਨ ਦੇਣੀ ਚਾਹੁੰਦਾ, ਚਾਹੇ CBI ਆ, ਚਾਹੇ ਵਿਜੀਲੈਂਸ ਹੈ, ਚਾਹੇ ਪੰਜਾਬ ਪੁਲਿਸ ਹੈ ਜੀ, ਜਿਹੜੀ ਵੀ ਸਰਕਾਰ ਸੈਂਟਰ ਦੇ ਵਿੱਚ ਹੈ, ਦੇਖੋ ਮੈਂ ਇਹਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰੂੰਗਾ, ਚਾਹੇ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ, ਚਾਹੇ ਹੁਣ ਆਮ ਆਦਮੀ ਪਾਰਟੀ ਸਰਕਾਰ ਰਹੀ ਹੋਵੇ। ਦੇਖੋ, ਜਿਹੜੀਆਂ ਇਹ ਸਟੇਟ ਲੈਵਲ ਦੀਆਂ ਏਜੰਸੀਆਂ, ਚਾਹੇ ਵਿਜੀਲੈਂਸ ਹੈ, ਚਾਹੇ ਪੰਜਾਬ ਪੁਲਿਸ ਹੈ, ਇਹ ਸਰਕਾਰ ਮੁਤਾਬਕ ਚੱਲਦੀਆਂ ਜੀ। ਸਰਕਾਰ ਜਿਵੇਂ ਚਲਾਉਂਦੀ ਹੈ ਇਹਨਾਂ ਨੂੰ ਚੱਲਣਾ ਪੈਂਦਾ, ਔਰ ਚੱਲਦੀਆਂ, ਤੇ ਅੱਜ ਵੀ ਚੱਲਦੀਆਂ, ਪਹਿਲਾਂ ਵੀ ਚੱਲਦੀਆਂ ਸੀ। ਔਰ ED CBI ਸੈਂਟਰ ਦੀ ਸਰਕਾਰ ਹੈਗੀ ਹੈ, ਉਹਦੇ ਮੁਤਾਬਕ ਉਹਨਾਂ ਨੂੰ ਚੱਲਣਾ ਹੀ ਪੈਣਾ ਹੈ। ਅੱਜ ਵੀ ਚੱਲਦੀਆਂ, ਪਹਿਲਾਂ ਕਾਂਗਰਸ ਵੇਲੇ ਵੀ ਚੱਲਦੀਆਂ ਸੀ, ਇਹਨਾਂ ਨੇ ਚੱਲਦੀ ਹੀ ਰਹਿਣਾ। ਸੋ ਇਹ ਕਹਿਣ ਨੂੰ ਸਿਰਫ ਕਨਸਟੀਟਿਊਸ਼ਨਲ ਏਜੰਸੀਆਂ ਆਪਾਂ ਕਹਿ ਸਕਦੇ ਹਾਂ, ਪਰ ਹੁਣ ਆਪਣੇ ਦੇਸ਼ ਦਾ ਇੰਨਾ ਕੁ ਹਾਲ ਹੋ ਚੁੱਕਿਆ ਹੈ ਪੋਲੀਟੀਕਲ ਪਾਰਟੀਆਂ ਦਾ ਕਿ ਇਹਨਾਂ ਨੂੰ ਉਹਨਾਂ ਦੇ ਮੁਤਾਬਕ ਚੱਲਣਾ ਪੈਂਦਾ ਹੈ, ਕਿਉਂਕਿ ਉਹਨਾਂ ਨੇ ਹੀ ਆਪਰੇਟ ਕਰਨਾ, ਸਰਕਾਰ ਮੁਤਾਬਕ ਚੱਲਣਾ ਹੈ। ਬਹੁਤ ਘੱਟ ਕੇਸਾਂ ਦੇ ਵਿੱਚ ਇੰਡੀਪੈਂਡੈਂਟ ਜਾਂਚ ਹੁੰਦੀ ਹੈ, ਔਰ ਚਾਹੁੰਦੇ ਆਪਾਂ ਕਿ ਹੁਣ ਵੀ ਇੰਡੀਪੈਂਡੈਂਟ ਜਾਂਚ ਹੀ ਚਾਹੀਦੀ ਹੈ ਸਾਰੀਆਂ ਏਜੰਸੀਆਂ, ਚਾਹੇ ਕੋਈ ਪੁਲਿਸ ਹੈ, ਵਿਜੀਲੈਂਸ ਹੈ। ਉਹ ਇਹ ਕਿਉਂਕਿ ਜਿਹੜੀ ਵੀ ਸਰਕਾਰ ਆਉਂਦੀ ਹੈ, ਇਹ ਹੁਣ ਚਾਹੇ ਲੱਖ ਵਿਜੀਲੈਂਸ ਨਾਲ ਕਾਂਗਰਸ ਦੇ ਮੰਤਰੀਆਂ ਨੂੰ ਫੜੀ ਜਾਣ, ਆਪਣੇ ਅਕਾਲੀ ਦਲ ਦੇ BJP ਦੇ ਪਰਚੇ ਦਰਜ ਕਰੀ ਜਾਣ, ਫਿਰ ਉਹੀ ਤਾਂ ਗੱਲ ਹੈ ਨਾ, ਵੈਂਡੇਟਾ ਪੋਲਿਟਿਕਸ ਆਉਣੀ ਆ ਅੱਗੇ। ਫਿਰ ਜਿਹੜੀ ਸਰਕਾਰ ਆਊਗੀ, ਜਿਨ੍ਹਾਂ ਦੇ ਬੰਦਿਆਂ ਨੂੰ ਤੁਸੀਂ ਫੜੋਗੇ, ਉਹ ਕਿਹੜਾ ਤੁਹਾਨੂੰ ਛੱਡਣਗੇ, ਕਿਉਂਕਿ ਇਹਨਾਂ ਦੇ ਬੰਦੇ ਤਾਂ ਖੁਦ ਕਰਪਟ ਨੇ। ਤੋਂ ਇਹ ਗੱਲ, ਜਿਹੜੀ ਗੱਲ ਕਰਦੇ ਆਪਾਂ 70 ਸਾਲ ਦੀ, ਤੁਸੀਂ ਇੱਕ ਗੱਲ ਕਹੀ, ਮੈਨੂੰ ਥੋੜੀ ਜੀ ਗੱਲ ਪਿੰਚ ਹੋਈ ਅਮਨਦੀਪ ਜੀ, ਤੁਹਾਡੀ ਗੱਲ ਪਿੰਚ ਹੋਈ, ਮੈਨੂੰ ਗੁੱਸਾ ਨਾ ਮੰਨਿਓ, ਕਿ ਤੁਸੀਂ ਕਿਹਾ 70 ਸਾਲਾਂ 'ਚ ਲੋਕ ਉੱਥੇ ਹੈ। ਨਹੀਂ, ਲੋਕ ਉੱਥੇ ਨਹੀਂ ਹੈ। 70 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਆਈ ਸੀ, ਸਾਡੇ ਮਾਨਸਾ, ਬਠਿੰਡਾ, ਬਰਨਾਲਾ ਦੇ ਵਿੱਚ ਜੀਰੀਆਂ ਨਹੀਂ ਲੱਗਿਆ ਕਰਦੀਆਂ ਸੀ, ਇੱਥੇ ਨਹਿਰਾਂ ਖਾਲੇ ਨਹੀਂ ਹੋਇਆ ਕਰਦੇ ਸੀ, ਇੱਥੇ ਕੱਲੇ ਭਾਖੜਾ ਡੈਮ ਨੂੰ ਛੱਡ ਕੇ ਪੰਜਾਬ ਦੇ ਵਿੱਚ ਕੋਈ ਡੈਮ ਨਹੀਂ ਹੋਇਆ ਕਰਦਾ ਸੀ, ਬਿਜਲੀ ਸਰਪਲਸ ਨਹੀਂ ਹੋਇਆ ਕਰਦੀ ਸੀ, ਔਰ ਮੋਟਰਾਂ ਦੇ ਜਿਹੜੇ ਕਨੈਕਸ਼ਨ ਦਿੱਤੇ ਆ, ਪੌਣੇ 2 ਲੱਖ ਕਨੈਕਸ਼ਨ 10 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਦਿੱਤੇ ਆ। ਔਰ ਖੁਸ਼ਹਾਲ, ਔਰ 5-5 ਕਿੱਲਿਆਂ ਨੂੰ ਬਟਨ ਦੱਬ ਕੇ ਜ਼ਿਮੀਂਦਾਰ ਘਰੇ ਆ ਕੇ ਨਹੀਂ ਬੈਠ ਸੌ ਜਾਂਦਾ ਸੀ, ਔਰ ਤੜਕੇ ਨੂੰ ਜਿਹੜੀ ਹੈਗੀ ਆ ਫਸਲ ਦੀ ਰੌਣੀ ਕੀਤੀ ਪਈ ਹੁੰਦੀ। ਇਹ ਉਹਨਾਂ 70 ਸਾਲਾਂ ਦੇ ਵਿੱਚ ਹੀ ਹੋਇਆ। ਔਰ ਜਿਹੜੀਆਂ ਨੌਕਰੀਆਂ, ਜੋ ਜ਼ਿਲ੍ਹਾ ਕਚਹਿਰੀਆਂ, ਇਹ ਗੱਲ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਹੀ ਸੀ, 70 ਸਾਲਾਂ 'ਚ ਕੁਝ ਨਹੀਂ ਹੋਇਆ ਜੀ। ਔਰ ਮੈਂ ਕੰਮ ਗਿਣਾਏ ਸੀ, ਜਿਹੜੀਆਂ ਤਹਿਸੀਲਾਂ, ਕੰਪਲੈਕਸ, ਕਚਹਿਰੀਆਂ, ਔਰ ਜੋ ਵਿਜੀਲੈਂਸ ਦੇ ਦਫ਼ਤਰ, ਥਾਣੇ, ਜਿਨ੍ਹਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚੋਂ ਬੈਠਦੇ ਹੋ ਪਿਛਲੇ, ਔਰ ਜਿਹੜੇ ਰੋਡ, ਸੜਕਾਂ, ਇਨਫਰਾਸਟ੍ਰਕਚਰ, ਏਮਜ਼, ਹਸਪਤਾਲ, ਯੂਨੀਵਰਸਿਟੀਆਂ, ਕਾਲਜ ਹੈ ਜਿਹੜੇ, ਉਹ ਪਿਛਲੀਆਂ ਸਰਕਾਰਾਂ ਨੇ ਹੀ ਬਣਾਏ ਆ। ਆਮ ਆਦਮੀ ਪਾਰਟੀ ਨੇ 6 ਮਹੀਨਿਆਂ ਦੇ ਵਿੱਚ ਆ ਕੇ ਨਹੀਂ ਬਣਾ ਦਿੱਤੇ। 70 ਸਾਲਾਂ ਦੇ ਵਿੱਚ ਬਹੁਤ ਕੁਝ ਹੋਇਆ। ਅੱਜ ਜੇ ਅਸੀਂ ਕਾਰਾਂ ਦੇ ਵਿੱਚ ਘੁੰਮਦੇ ਆ, ਸਾਈਕਲਾਂ ਤੋਂ ਕਾਰਾਂ ਤੇ ਆ ਗਏ ਆ, ਇਹ ਪਿਛਲੇ 70 ਸਾਲਾਂ ਦੇ ਵਿੱਚ ਹੀ ਹੋਇਆ, ਚਾਹੇ ਜਿਹੜੀਆਂ ਮਰਜ਼ੀ ਸਰਕਾਰਾਂ ਰਹੀਆਂ ਹੋਣ। ਇਹ ਇਹਨਾਂ ਦਾ ਕਹਿਣਾ, ਇੱਕ ਰਟਿਆ ਰਟਾਇਆ ਸ਼ਬਦ ਲੈ ਕੇ ਆ ਗਏ, 70 ਸਾਲਾਂ 'ਚ ਕੁਝ ਨਹੀਂ ਹੋਇਆ। ਇਹਨਾਂ ਨੂੰ ਕਹੋ, ਤੁਸੀਂ ਮੇਰੀ ਕਿਰਪਾ ਕਰਕੇ ਇੱਕ ਬੇਨਤੀ ਹੈ, ਇੱਥੇ ਹੈਡਿੰਗ ਦਿਓ, ਪਿਛਲੇ 70 ਸਾਲਾਂ 'ਚ ਕਿਸ ਨੇ ਕੀ ਕੀਤਾ। ਫਿਰ ਤੁਸੀਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਿਓ ਤੇ ਡਿਬੇਟ ਕਰਾਂਗੇ, ਆਪੋ ਆਪਣਾ ਰਿਕਾਰਡ ਲੈ ਕੇ ਆਉਣ, ਫਿਰ ਦੱਸਾਂਗੇ 70 ਸਾਲਾਂ 'ਚ ਕਿਹਨੇ ਕੀ ਕੀਤਾ ਤੇ ਇਹ ਕੀ ਕਰ ਰਹੇ ਨੇ। ਇਹਨਾਂ ਨੇ ਜੋ ਕਰਕੇ ਦਿਖਾਤਾ ਪੰਜਾਬ ਦੇ ਵਿੱਚ, ਸਿੱਧੂ ਮੂਸੇਵਾਲੇ ਵਰਲਡ ਲੈਵਲ ਵਰਗੇ ਜਿਹੜੇ ਸਿੰਗਰ ਸੀ, ਇਹੋ ਜਿਹੇ ਕਲਾਕਾਰਾਂ ਦਾ ਸ਼ਰੇਆਮ ਪਿੰਡ ਦੇ ਵਿੱਚ ਆ ਕੇ ਮਰਡਰ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਹੋਇਆ। ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਹੋਇਆ। ਏਡੇ ਹਾਈ-ਫਾਈ ਪ੍ਰੋਫਾਈਲ ਕੇਸ ਦੇ ਵਿੱਚ ਪੁਲਿਸ ਦੀ ਗੱਡੀ SHO ਜਾ ਕੇ ਉਹਨੂੰ ਉੱਥੇ ਛੱਡ ਕੇ ਆਵੇ, ਗੈਂਗਸਟਰ ਨੂੰ ਭਜਾ ਕੇ, ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਹੋਇਆ। ਜੋ ਇਹ ਕਰ ਰਹੇ ਨੇ ਨਾ, ਪਿਛਲੇ 70 ਸਾਲਾਂ ਦੇ ਵਿੱਚ ਵਾਕਈ ਨਹੀਂ ਹੋਇਆ ਜੋ ਇਹ ਕਰ ਰਹੇ ਨੇ। ਨਹੀਂ ਤਾਂ ਪਿਛਲੇ 70 ਸਾਲਾਂ ਦੇ ਵਿੱਚ ਪਹਿਲਾਂ ਵਾਲੀਆਂ ਪਾਰਟੀ ਨੇ ਬਹੁਤ ਕੁਝ ਕੀਤਾ। ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਕਿ 70 ਸਾਲਾਂ 'ਚ ਕੁਝ ਹੋਇਆ ਨਹੀਂ ਹੋਇਆ, ਉਦੋਂ ਅਸੀਂ ਗੱਲ ਇਹ ਕਰਦੇ ਹਾਂ ਕਿ ਲੋਕ ਕਿੱਥੇ ਖੜੇ ਆ। ਅਸੀਂ 70 ਸਾਲਾਂ ਦੇ ਵਿੱਚ ਕੰਮ ਵੀ ਹੋਏ ਆ, ਬਹੁਤ ਕੰਮ ਹੋਏ ਆ, ਪਰ ਜਿਹੜੀ ਦੁਨੀਆ ਦੀ ਤਰੱਕੀ ਹੋਈ ਹੈ, ਉਸ ਗਤੀ ਨੂੰ ਅਸੀਂ ਦੇਖੀਏ ਤਾਂ ਉਸ ਹਿਸਾਬ ਨਾਲ ਅਸੀਂ ਫਿਰ ਵੀ ਪਿੱਛੇ ਆ।
ਕਿਉਂਕਿ ਉਹਦੇ ਵਿੱਚ ਜਿਹੜੀ ਥਾਂ ਤੇ ਅਸੀਂ ਹੋਣਾ ਸੀ, ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਨਹੀਂ ਜਾਣਾ ਸੀ, ਪੰਜਾਬ ਦੇ ਨੌਜਵਾਨਾਂ ਨੇ ਐਜੂਕੇਸ਼ਨ ਲਈ ਬਾਹਰ ਨਹੀਂ ਜਾਣਾ ਸੀ, ਪੰਜਾਬ ਦੇ ਨੌਜਵਾਨਾਂ ਨੇ ਰੋਜ਼ਗਾਰ ਲਈ ਬਾਹਰ ਨਹੀਂ ਜਾਣਾ ਸੀ, ਜਿਹੜਾ ਬ੍ਰੇਨ ਡਰੇਨ ਹੋ ਰਿਹਾ ਉਹ ਨਹੀਂ ਹੋਣਾ ਸੀ, ਪਰ ਹੋ ਰਿਹਾ। ਤੇ ਉਹਦੇ ਲਈ ਜ਼ਿੰਮੇਦਾਰ ਮੌਜੂਦਾ ਸਰਕਾਰ ਵੀ ਹੈ, ਪਹਿਲਾਂ ਦੀਆਂ ਸਰਕਾਰਾਂ ਨੇ ਵੀ ਕੰਮ ਕੀਤੇ, ਕੰਮ ਹੋਏ ਆ, ਪਰ ਉਸ ਕੰਮ ਦੀ ਗਤੀ, ਉਸ ਕੰਮ ਦੇ ਨਾਲ ਜੋ ਹੋਣਾ ਚਾਹੀਦਾ ਸੀ, ਜੋ ਪੰਜਾਬ ਦੇ ਲੋਕ, ਜੋ ਹਿੰਦੁਸਤਾਨ ਦੇ ਲੋਕ ਡਿਜ਼ਰਵ ਕਰਦੇ ਆ, ਮੇਰੇ ਖਿਆਲ ਉਹ ਕਮੀ ਕਹਿ ਸਕਦੇ ਆ, ਕਮੀਆਂ ਰਹਿ ਗਈਆਂ ਹੋਣਗੀਆਂ ਪਿਛਲੀਆਂ ਸਰਕਾਰਾਂ ਤੋਂ, ਪਰ ਇਹ ਨਹੀਂ ਕਹਿ ਸਕਦੇ ਕਿ ਕੁਝ ਨਹੀਂ ਹੋਇਆ, ਉੱਥੇ ਹੀ ਖੜੇ ਆਪਾਂ। ਨਹੀਂ, ਇਹ ਗੱਲ ਨਹੀਂ ਹੈ, ਬਿਲਕੁਲ ਨਹੀਂ, ਇਹ ਨਹੀਂ ਕਹਿ ਸਕਦੇ ਕਿ ਕੁਝ ਨਹੀਂ ਹੋਇਆ, ਕੰਮ ਹੋਏ ਆ। ਕਿਉਂਕਿ ਅੱਜ ਅਸੀਂ ਜੇ 70 ਸਾਲ ਦੀ ਗੱਲ ਕਰੀਏ, 70 ਸਾਲ 'ਚ ਜਦੋਂ ਅਸੀਂ ਸਿਰਫ ਖੇਤੀ ਤੇ ਨਿਰਭਰ ਕਰਦੇ ਸੀ, ਅੱਜ ਡਿਜੀਟਲ ਟਾਈਮ ਆ ਗਿਆ, ਅਸੀਂ ਇੱਥੇ ਬੈਠੇ ਆਪਸ ਦੇ ਵਿੱਚ 5 ਲੋਕ ਗੱਲ ਕਰ ਰਹੇ ਆ, 4 ਲੋਕ ਗੱਲ ਕਰ ਰਹੇ ਆ, ਤਾਂ ਉਹ ਟੈਕਨੋਲੋਜੀ 'ਚ ਡਿਵੈਲਪਮੈਂਟ ਆਈ ਹੈ, ਉਹ ਵੀ ਪੰਜਾਬ ਦੇ ਵਿੱਚ ਹੀ ਟੈਕਨੋਲੋਜੀ ਹੈ। ਤਾਂ ਟੈਕਨੋਲੋਜੀ 'ਚ ਵੀ ਅਸੀਂ ਡਿਵੈਲਪ ਕੀਤਾ, ਹੋਰ ਵੀ ਕਈ ਖੇਤਰਾਂ ਦੇ ਵਿੱਚ ਅਸੀਂ ਡਿਵੈਲਪਮੈਂਟ ਲਈ ਹੈ, ਅਸੀਂ ਡਿਵੈਲਪਮੈਂਟ ਦੇ ਵਿੱਚ ਆਏ ਹਾਂ, ਪਰ ਹਜੇ ਵੀ ਕਿਤੇ ਨਾ ਕਿਤੇ ਕਮੀਆਂ ਰਹਿੰਦੀਆਂ ਜਿਹੜੀਆਂ ਕਿ ਹੋਣੀਆਂ ਚਾਹੀਦੀਆਂ ਪੂਰੀਆਂ, ਤੇ ਪੰਜਾਬ ਦੇ ਲੋਕਾਂ ਨੂੰ ਉਹਦਾ ਲਾਹਾ ਮਿਲਣਾ ਚਾਹੀਦਾ। ਜੀ ਅਰੋੜਾ ਸਾਹਿਬ। ਦੇਖੋ ਇਸ ਤਰ੍ਹਾਂ ਅਮਨਦੀਪ ਜੀ ਕਿ ਬਿਲਕੁਲ ਠੀਕ ਕਿਹਾ ਵਾ ਮਠਾਰੂ ਸਾਹਿਬ ਨੇ ਵੀ, ਟੀਨਾ ਚੌਧਰੀ ਜੀ ਨੇ ਵੀ, 70 ਸਾਲਾਂ ਦੇ ਵਿੱਚ ਜੋ ਨਹੀਂ ਹੋਇਆ ਉਹ 7 ਮਹੀਨਿਆਂ ਦੇ ਵਿੱਚ ਕੀਤਾ ਇਹਨਾਂ ਨੇ। ਦੇਖੋ 7 ਮਹੀਨਿਆਂ ਦੇ ਵਿੱਚ ਤਾਂ ਛੱਡੋ, ਪਹਿਲੇ 3 ਮਹੀਨੇ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਉਹ ਹੋ ਗਿਆ ਕਿ ਸੱਤਾਰੂੜ, ਇਹ ਪਹਿਲੀ ਵਾਰੀ ਹੋਇਆ, ਸੱਤਾਰੂੜ ਪਾਰਟੀ ਨੇ 22 ਇਲੈਕਸ਼ਨ 'ਚ 3 ਮਹੀਨਿਆਂ ਦੇ ਵਿੱਚ ਆਪਣਾ ਲੋਕ ਸਭਾ ਕੈਂਡੀਡੇਟ ਸਿਟਿੰਗ ਸੀਟ ਜਿਹੜੀ ਆ ਜੀ ਉਹ ਹੱਥੋਂ ਗਵਾਤੀ ਔਰ ਬੁਰੀ ਤਰ੍ਹਾਂ ਨਾਲ ਪਰਾਜਿਤ ਹੋਈ। ਇਹ ਵੀ ਪਹਿਲੀ ਵਾਰੀ ਹੋਇਆ ਜੀ 7 ਮਹੀਨਿਆਂ ਦੇ ਵਿੱਚ। ਤੇ ਦੂਸਰੀ ਗੱਲ ਜਿਹੜੀ ਇਹ ਹੈ, ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਲੋਕਾਂ ਨੂੰ ਕੀ ਮਿਲਿਆ, ਤੁਸੀਂ ਮੈਨੂੰ ਦੱਸੋ। ਲੋਕਾਂ ਨੂੰ ਬਹੁਤ ਕੁਝ ਮਿਲਿਆ ਪਿਛਲੇ 7 ਸਾਲਾਂ ਦੇ ਵਿੱਚ। ਮੋਦੀ ਸਰਕਾਰ ਆਉਣ ਤੋਂ ਬਾਅਦ ਸੜਕਾਂ ਦਾ ਜਾਲ ਵਿਛਿਆ ਪੰਜਾਬ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ ਸੜਕਾਂ ਦਾ ਜਾਲ ਵਿਖਿਆ, ਨਵੇਂ ਵੱਡੇ ਵੱਡੇ ਐਕਸਪ੍ਰੈਸ ਹਾਈਵੇ ਮਿਲੇ ਲੋਕਾਂ ਨੂੰ। ਔਰ ਤੁਸੀਂ ਦੇਖੋਗੇ ਆ ਰੀਸੈਂਟਲੀ ਹੁਣ ਮੋਦੀ ਜੀ ਉਦਘਾਟਨ ਕਰਕੇ ਗਿਆ ਮੁਹਾਲੀ ਦੇ ਵਿੱਚ ਕੈਂਸਰ ਹਸਪਤਾਲ ਜੀ, ਅੰਮ੍ਰਿਤਸਰ ਦੇ ਵਿੱਚ IIT ਦਿੱਤਾ, ਬਠਿੰਡਾ ਦੇ ਵਿੱਚ ਏਮਸ ਦਿੱਤਾ, ਔਰ ਫਿਰੋਜ਼ਪੁਰ ਦੇ ਵਿੱਚ PGI ਸੈਟੇਲਾਈਟ ਸੈਂਟਰ ਦਾ ਪਲਾਨਿੰਗ ਹੈ ਜੀ, ਸਰਕਾਰ ਨੇ ਜਿਹੜਾ ਵਾ ਉਹਦੇ ਵਾਸਤੇ ਫੰਡ ਐਲੋਕੇਟ ਕੀਤਾ ਹੋਇਆ ਜੀ। ਔਰ ਜਿਹੜਾ ਹੁਣ ਦਿੱਲੀ ਤੋਂ ਲੈ ਕੇ ਕਟੜਾ ਐਕਸਪ੍ਰੈਸ ਹਾਈਵੇ ਬਣ ਰਿਹਾ, ਤੁਸੀਂ ਦਿੱਲੀ ਤੋਂ 5 ਘੰਟਿਆਂ ਦੇ ਵਿੱਚ ਜੰਮੂ ਪਹੁੰਚ ਸਕਦੇ ਹੋ, 3 ਘੰਟਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜੀ। ਤੋਂ ਸਾਰੇ ਸ਼ਹਿਰਾਂ ਨੂੰ, ਮੁੱਖ ਸ਼ਹਿਰਾਂ ਨੂੰ ਤੁਸੀਂ ਦੇਖੋ ਬਾਈ 에ਅਰ ਕਨੈਕਟੀਵਿਟੀ, ਔਰ ਤੁਸੀਂ ਦੇਖੋ ਵੰਦੇ ਮਾਤਰਮ ਐਕਸਪ੍ਰੈਸ ਜਿਨ੍ਹਾਂ ਦੀ ਸਪੀਡ 180 ਕਿਲੋਮੀਟਰ, ਇਹ ਵੀ 7 ਸਾਲਾਂ ਦੇ ਪਹਿਲੀ ਵਾਰੀ ਹੋਇਆ, ਜਿਹੜਾ ਕਿ 70 ਸਾਲਾਂ ਦੇ ਵਿੱਚ ਕਦੀ ਨਹੀਂ ਹੋਇਆ ਜੀ। ਬਿਲਕੁਲ। ਅੱਛਾ ਅਰੋੜਾ ਸਾਹਿਬ, ਇੱਕ ਸਵਾਲ ਹੈ, ਜਿਹੜੀ ਪੰਜਾਬ ਦੇ ਵਿੱਚ ਜਿਹੜੀ ਬ੍ਰਾਂਡਿੰਗ ਆਮ ਆਦਮੀ ਪਾਰਟੀ ਕਰ ਰਹੀ ਹੈ, ਕੇਂਦਰ ਦੇ ਵਿੱਚ BJP ਕਰ ਰਹੀ ਹੈ। BJP ਕੇਂਦਰ ਦੇ ਵਿੱਚ ਕਹਿੰਦੀ ਹੈ ਕਿ 70 ਸਾਲ 'ਚ ਦੇਸ਼ 'ਚ ਕੁਝ ਨਹੀਂ ਹੋਇਆ ਸੀ ਤੇ ਅਸੀਂ ਕਰਤਾ, ਤੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਪੰਜਾਬ 'ਚ ਕਹਿੰਦੀ ਹੈ ਕਿ 70 ਸਾਲ 'ਚ ਕੁਝ ਨਹੀਂ ਹੋਇਆ, 7 ਮਹੀਨਿਆਂ 'ਚ ਕਰਤਾ। ਨਹੀਂ, ਉਹ ਆਮ ਆਦਮੀ ਪਾਰਟੀ ਕਹਿ ਰਹੀ, BJP ਨਹੀਂ ਕਹਿ ਰਹੀ ਕਿ 70 ਸਾਲ 'ਚ ਕੁਝ ਨਹੀਂ ਹੋਇਆ ਤੇ ਅਸੀਂ 7 ਸਾਲਾਂ 'ਚ ਕੀਤਾ ਜੀ। ਅਸੀਂ ਤਾਂ ਕਹਿ ਰਹੇ ਹਾਂ ਕਿ 7 ਸਾਲਾਂ ਦੇ ਵਿੱਚ ਅਸੀਂ ਹੋਰ ਪ੍ਰੋਗਰੈਸ ਤੇ ਲੈ ਕੇ ਗਏ ਹਾਂ ਦੇਸ਼। ਮਤਲਬ ਤੁਸੀਂ ਮੰਨਦੇ ਹੋ ਕਿ ਪਿਛਲੇ 70 ਸਾਲਾਂ ਦੇ ਵਿੱਚ ਵੀ ਜਦੋਂ ਵੀ ਜਿਹੜੀਆਂ ਵੀ ਸਰਕਾਰਾਂ ਰਹੀਆਂ ਕੇਂਦਰ 'ਚ, ਉਹਨਾਂ ਨੇ ਵੀ ਕੰਮ ਕੀਤਾ ਤੇ ਅਸੀਂ ਉਸੇ ਕੰਮ ਨੂੰ ਅੱਗੇ ਵਧਾਇਆ। ਕੰਪਿਊਟਰ ਕ੍ਰਾਂਤੀ ਰਾਜੀਵ ਗਾਂਧੀ ਲੈ ਕੇ ਆਏ ਜੀ, ਅਸੀਂ ਮੰਨਦੇ ਹਾਂ ਇਸ ਗੱਲ ਨੂੰ ਜੀ, ਅਸੀਂ ਐਕਸੈਪਟ ਕਰਦੇ ਹਾਂ ਇਸ ਗੱਲ ਨੂੰ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਆਪਾਂ ਇਸੇ ਤਰੀਕੇ ਨਾਲ ਹੋਰ ਵੀ ਡਿਸਕਸ਼ਨਸ ਕਰਦੇ ਰਵਾਂਗੇ। ਅੱਜ ਕਰਪਸ਼ਨ ਤੇ ਅਸੀਂ ਡਿਸਕਸ਼ਨ ਕੀਤੀ, ਤੇ ਜੋ ਕਿ ਕਰਪਸ਼ਨ ਬਹੁਤ ਜੜ੍ਹਾਂ ਦੇ ਵਿੱਚ ਬੈਠੀ ਹੋਈ ਹੈ। ਅਸੀਂ ਗੱਲਬਾਤ ਦੇ ਵਿੱਚ ਇਹੀ ਜਾਣਿਆ ਕਿ ਪੰਜਾਬ ਔਰ ਹਿੰਦੁਸਤਾਨ ਦੇ ਆਮ ਲੋਕਾਂ ਦੇ ਵਿੱਚ ਕਰਪਸ਼ਨ ਦਾ ਕੀ ਪ੍ਰਭਾਵ ਹੋਊਗਾ ਜਦੋਂ ਸਰਕਾਰਾਂ ਕਰਪਸ਼ਨ ਦੇ ਵਿੱਚ ਲਿਪਤ ਹੋਣਗੀਆਂ। ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਸਾਫ਼-ਸਾਫ਼ ਕਈ ਬੁਲਾਰਿਆਂ ਨੇ ਇਹ ਵੀ ਦੱਸਿਆ ਕਿ ਪੁਲਿਸ ਹੋਵੇ ਜਾਂ ਕੋਈ ਵੀ ਏਜੰਸੀ ਹੋਵੇ, ਜਿਹੜੀ ਸਰਕਾਰ ਦੇ ਅਧੀਨ ਹੁੰਦੀ ਆ, ਉਸੇ ਸਰਕਾਰ ਦੇ ਮੁਤਾਬਿਕ ਕੰਮ ਕਰਦੀ ਹੈ। ਤੇ ਇਹਦੇ ਵਿੱਚ ਅਸੀਂ ਸਿੱਧਾ ਇਹਨੂੰ ਵੀ ਕਰਪਸ਼ਨ ਦਾ ਹੀ ਮਾਮਲਾ ਸਮਝ ਸਕਦੇ ਹਾਂ। ਤੇ ਜੇ ਸਰਕਾਰਾਂ ਇਸ ਤਰੀਕੇ ਨਾਲ ਕੰਮ ਕਰਨਗੀਆਂ, ਆਮ ਲੋਕ ਕਿਹੜੇ ਤਰੀਕੇ ਨਾਲ ਕੰਮ ਕਰਨਗੇ। ਇਸੇ ਤਰ੍ਹਾਂ ਜ਼ਰੂਰੀ ਜਾਣਕਾਰੀ ਲੈ ਕੇ ਆਉਂਦੇ ਰਵਾਂਗੇ, ਮੀਨਿੰਗਫੁਲ ਡਿਸਕਸ਼ਨਸ ਕਰਦੇ ਰਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।